ਇਹ ਸਿਧਾਂਤ ਦੀ ਗੱਲ ਕਰਦੇ, ਫਿਰ ਸਿਧਾਂਤ ਕਿੱਥੇ ਗਏ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ? ਜਦੋਂ ਮਹਾਰਾਜ ਦੇ ਪੱਤਰੇ ਪਾੜੇ ਗਏ, ਤੁਹਾਡਾ ਸਿਧਾਂਤ ਕਿੱਥੇ? ਅਕਾਲੀ ਦਲ ਦਾ ਜਿਹੜਾ ਅਕਾਲ ਪੁਰਖ ਨੂੰ ਮੰਨਣ ਵਾਲਾ, ਉਹਦਾ ਸਿਧਾਂਤ ਕਿੱਥੇ ਗਿਆ ਉਦੋਂ? ਤੁਹਾਨੂੰ ਬਿਲਕੁਲ ਇਸ ਸੰਗਤ ਨੂੰ ਨਕਾਰ ਦੇਣਾ ਚਾਹੀਦਾ। ਸੰਗਤ ਨੂੰ ਸੋਝੀ ਹੋਣੀ ਚਾਹੀਦੀ ਹੈ ਕਿ ਸਾਨੂੰ ਕੌਮ ਨੂੰ ਇਹਨਾਂ ਨੇ ਪਾੜਿਆ ਚੰਗੇ ਤਰੀਕੇ ਨਾਲ, ਕਿ ਸਾਡੇ 2 ਸਾਲ ਹੈ, ਉਹ 6 ਸਾਲ ਤੁਹਾਡੇ ਕਿੱਥੇ ਗਏ ਜਦੋਂ ਤੁਸੀਂ ਕਰਪਸ਼ਨ ਦੇ ਵਿੱਚ ਲੀਨ ਸੀ ਸਾਰੇ? ਤੁਹਾਡੇ ਜਿਹੜੇ ਸਕੂਲਾਂ ਦਾ ਜਿਹੜਾ ਬੇੜਾ ਗਰਕ ਹੋਇਆ, ਇਹ 2 ਸਾਲਾਂ 'ਚ ਹੋ ਗਿਆ ਕਿਤੇ? ਕਿਸਾਨਾਂ ਦੇ ਜਿਹੜੇ ਜਵਾਨ ਸੀ ਉਹਨਾਂ ਨੂੰ ਰਿਹਾ ਕਰਾਉਣ ਦਿੱਤੇ, ਤੁਸੀਂ ਜਾ ਕੇ ਫੋਟੋਆਂ ਖਿਚਾ ਰਹੇ ਸਿਰਫ, ਹੋਰ ਕੁਝ ਨਹੀਂ ਕੀਤਾ ਇਹਨਾਂ ਨੇ। ਇਲੈਕਸ਼ਨ ਨੂੰ ਮੁੱਖ ਰੱਖਦੇ ਹੋ ਤੁਸੀਂ, ਡਾਇਲਿਸਿਸ ਦਾ ਖੋਲ ਦਿੱਤਾ, ਤੇ 8 ਸਾਲ ਤੁਸੀਂ ਕਿੱਥੇ ਸੀਗੇ? ਇਹਨਾਂ ਤੋਂ ਵੱਡੇ ਇਹ ਅਕਾਲੀ ਨਹੀਂ, ਇਹ ਬਦਾਲੀ ਹੈਗੇ ਨੇ ਸਾਰੇ। ਸਿੱਖ ਨਿਊਜ਼ ਐਕਸਪ੍ਰੈਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਜੋ ਚੋਣਾਂ ਹਨ, ਉਹਨਾਂ ਦਾ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ ਹੈ। ਅੱਜ ਅਸੀਂ ਗੱਲਬਾਤ ਕਰਾਂਗੇ ਸਰਦਾਰ ਅਵਤਾਰ ਸਿੰਘ ਜੀ ਕਾਲਕਾ, ਐਕਸ ਐਮਐਲਏ ਦਿੱਲੀ ਗਵਰਨਮੈਂਟ ਅਤੇ ਸਾਬਕਾ ਚੇਅਰਮੈਨ ਡੀਐਸਜੀ ਐਮਸੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਦਲ ਦਲ ਦੇ 8 ਸਾਲ ਦੇ ਟੈਨਓਵਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਪਹਿਲਾਂ ਅੱਜ ਸਾਡੇ ਤੋਂ ਕੁਝ ਲੁਕਿਆ ਨਹੀਂ, ਸਾਰੀ ਸੰਗਤ ਦਿੱਲੀ ਦੀ ਜਾਣਦੀ ਹੈ ਕਿ ਜੋ ਇਹਨਾਂ ਨੇ ਕਾਰਨਾਮੇ ਕੀਤੇ, ਕਿੱਦਾਂ ਭ੍ਰਿਸ਼ਟਾਚਾਰ ਹੋਇਆ। ਸਾਰੀਆਂ ਆਪਾਂ ਪਿੱਛੇ ਚਲੇ ਜਾਈਏ, ਬਰਗਾੜੀ ਕਾਂਡ ਤੋਂ ਚਲੇ ਜਾਈਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਚਲੇ ਜਾਈਏ। ਸਾਡਾ ਆਉਣਾ ਵੀ ਸੀ ਜਦੋਂ ਭਨਿਆਰੇ ਵਾਲੇ ਦੇ ਆਪਣਾ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਕੀਤੀ ਸੀਗੀ, ਉਸ ਵਕਤ ਅਸੀਂ ਇਹ ਗੁਰਦੁਆਰਾ ਪ੍ਰਬੰਧ 'ਚ ਆਏ ਸੀਗੇ। ਅਤੇ ਉਸ ਤੋਂ ਲੈ ਕੇ ਦੇਖੀ ਅੱਜ ਤੱਕ ਬਾਦਲ ਜਦੋਂ ਦਾ ਆਇਆ, ਮੇਰੇ ਖਿਆਲ ਕੌਮ ਨੂੰ ਤਗੜੀ ਢਾਹ ਲਾਈ ਇਹਨਾਂ ਨੇ। ਜਿੰਨਾ ਨੁਕਸਾਨ ਕੌਮ ਦਾ ਬਾਦਲ ਸਰਕਾਰ ਨੇ ਕੀਤਾ, ਮੇਰਾ ਖਿਆਲ ਇੰਨਾ ਨੁਕਸਾਨ ਕਦੀ ਹੋਰ ਕਿਸੇ ਨੇ ਨਹੀਂ ਕੀਤਾ। ਜੋ ਉਹਨਾਂ ਨੂੰ ਪਿੱਛੇ ਛੱਡਤਾ ਇਹਨਾਂ ਨੇ, ਜਿਹੜੇ ਪਿੱਛੇ ਛੱਡੇ ਔਰੰਗਜ਼ੇਬ ਦੀ ਗੱਲ, ਉਹਨਾਂ ਦੀ ਗੱਲ ਘਟ ਗਈ ਹੈ ਅੱਜ, ਪਰ ਇਹਨਾਂ ਦੀ ਗੱਲ ਵੱਧ ਗਈ ਹੈ। ਜੋ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ, ਚਾਹੇ ਬਰਗਾੜੀ ਕਾਂਡ ਦੀ ਗੱਲ ਕਰ ਲਈਏ, ਸੋ ਬਹੁਤ ਸਾਰੀਆਂ ਇੱਦਾਂ ਦੀਆਂ ਜਿਹੜੀਆਂ ਉਣਤਾਈਆਂ ਕੀਤੀਆਂ, ਇਤਿਹਾਸ ਨੂੰ ਤਰੋੜਿਆ ਮਰੋੜਿਆ ਗਿਆ ਇਹਨਾਂ ਦੇ ਸਾਹਮਣੇ। ਚਾਹੇ ਉਹ ਸੁਸ਼ਮਾ ਸਵਰਾਜ ਸੀਗੀ, ਉਸ ਵਕਤ ਉਹ ਕਹਿੰਦੀ ਸੀਗੀ ਕਿ ਚੰਦੂ ਦਾ ਕੋਈ ਦੋਸ਼ ਨਹੀਂ ਹੈਗਾ। ਜਦੋਂ ਆਪਣਾ ਉਸ ਵਕਤ ਗੁਰਪੁਰਬ ਮਨਾ ਰਹੇ ਸੀ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ, ਉਦੋਂ 350 ਸਾਲਾ ਸੀਗਾ। ਅਤੇ ਉਸ ਵਕਤ ਦੀ ਗੱਲ ਹੈ, ਇਹਨਾਂ ਦੇ ਸਾਹਮਣੇ ਢੀਂਡਸਾ ਸਾਹਿਬ ਵੀ ਬੈਠੇ ਨੇ, ਬਾਦਲ ਵੀ ਬੈਠਾ, ਵੱਡੇ ਵੱਡੇ ਲੀਡਰ ਬੈਠੇ ਆ। ਅਤੇ ਉਸ ਵਕਤ ਮਤਲਬ ਤੁਹਾਡੇ ਸਾਹਮਣੇ ਅਗਰ ਉਹ ਗੱਲ ਕਰਕੇ ਚੱਲ ਜਾਣ, ਤੁਹਾਡੇ ਸਾਹਮਣੇ ਇਤਿਹਾਸ ਨੂੰ ਤਰੋੜ ਜਾਣ, ਅਤੇ ਤੁਸੀਂ ਕੋਈ ਗੱਲ ਨਾ ਕਰੋ, ਅਤੇ ਇਸ ਤੋਂ ਸ਼ਰਮ ਵਾਲੀ ਗੱਲ ਕਿਹੜੀ ਹੋ ਸਕਦੀ ਹੈ? ਕਿਹੜੀ ਇਹੋ ਜਿਹੀ ਤੁਹਾਨੂੰ ਜਿਹੜੀ ਰਾਜ ਸਤਾ ਰਹੀ ਹੈ ਕਿ ਤੁਸੀਂ ਆਪਣੇ ਇਤਿਹਾਸ ਨੂੰ ਖਰਾਬ ਕਰਨ 'ਚ ਲੱਗੇ ਹੋਏ ਹੋ? ਤਾਂ ਬੜੀਆਂ ਗੱਲਾਂ ਹੈਗੀਆਂ ਨੇ ਜਿਹੜੀਆਂ ਇਤਿਹਾਸ ਨੂੰ ਬਹੁਤ ਇਹਨਾਂ ਨੂੰ ਨੁਕਸਾਨ ਪਹੁੰਚਾਇਆ। ਔਰ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪੱਤਰੇ ਕੀਤੇ ਗਏ ਆ ਇਹਨਾਂ ਦੀ ਸਰਕਾਰ ਦੇ ਹੁੰਦਿਆਂ, ਜਦੋਂ ਅਕਾਲੀ ਦਲ ਬਾਦਲ ਦੀ ਸਰਕਾਰ ਰਹੀ ਹੈ, ਉਦੋਂ ਕੌਮ ਨੂੰ ਬਹੁਤ ਨੁਕਸਾਨ ਹੋਇਆ। ਕਿਉਂਕਿ ਅਕਾਲੀਆਂ ਨੇ, ਲੋਕ ਸਮਝਦੇ ਨੇ ਕਿ ਸ਼ਾਇਦ ਅਕਾਲੀ ਸਾਡੇ ਅੰਨਦਾਤਾ ਨੇ ਕਹਿ ਲਓ, ਜਾਂ ਸਾਡਾ ਮਤਲਬ ਸਭ ਕੁਝ ਇਹੀ ਨੇ, ਪਰ ਅਕਾਲੀ ਉਹ ਜਿਹੜਾ ਅਕਾਲ ਪੁਰਖ ਨੂੰ ਮੰਨਦਾ। ਅਤੇ ਸਾਨੂੰ ਇਹ ਸਮਝਣਾ ਪਏਗਾ ਵੀ ਅਸੀਂ ਇੱਕ ਉਹਦੇ 'ਤੇ ਨਾ ਚੱਲੀਏ ਜਿਹੜੇ ਕੌਮ ਨੂੰ ਨੁਕਸਾਨ ਪਹੁੰਚਾ ਰਹੇ, ਸਾਡੇ ਇਤਿਹਾਸ ਨੂੰ ਤਰੋੜ ਰਹੇ ਨੇ। ਗੁਰੂ ਸਾਹਿਬਾਂ ਦਾ ਜਿਹੜਾ ਇਤਿਹਾਸ ਸੀਗਾ, ਸ਼ਹੀਦੀਆਂ ਹੋਈਆਂ ਨੇ, ਉਹਨਾਂ ਨੇ ਕੋਈ ਲਾਲਚ ਨਹੀਂ ਕੀਤਾ, ਆਪਣੀ ਸ਼ਹਾਦਤਾਂ ਦੇ ਦਿੱਤੀਆਂ, ਪਰ ਇਹ ਮਾਇਆ ਦੇ ਚੱਕਰ 'ਚ ਆ ਕੇ ਜੋ ਇਹਨਾਂ ਨੇ ਨੁਕਸਾਨ ਕੀਤਾ, ਜੋ ਆਪਣੀਆਂ ਰਾਜ ਸੱਤਾ ਭਾਲਣ ਵਾਸਤੇ ਕੌਮ ਨੂੰ ਨੁਕਸਾਨ ਪਹੁੰਚਾਇਆ, ਇਹ ਆਪਾਂ ਸਾਰੇ ਜਾਣਦੇ ਚੰਗੀ ਤਰ੍ਹਾਂ। ਜਿਸ ਤਰ੍ਹਾਂ ਆਪ ਜੀ ਨੇ ਕਿਹਾ ਕਿ ਅਕਾਲੀ ਉਹ ਹੈ ਜਿਹੜਾ ਅਕਾਲ ਪੁਰਖ ਨੂੰ ਮੰਗਦਾ, ਅਤੇ ਲੇਕਿਨ ਬਾਦਲ ਦਲ ਵੀ ਆਪਣੇ ਆਪ ਨੂੰ ਅਕਾਲੀ ਕਹਿੰਦੇ ਆ। ਤੁਹਾਡੇ ਇਹਦਾ ਮਤਲਬ ਕੀ ਵਿਚਾਰ ਹੈ? ਦੇਖੋ, ਉਹ ਆਪਣਾ, ਸਾਨੂੰ ਪਤਾ ਹੈ ਕਿ ਸਾਡੇ ਸਿੱਖ ਜਿਹੜੇ ਭੋਲੇ ਨੇ, ਉਹਨਾਂ ਤੋਂ ਰਾਜ ਸੱਤਾ ਕਿੱਦਾਂ ਲੈਣੀ ਹੈ, ਆਪਣੇ ਆਪ ਨੂੰ ਅਕਾਲੀ ਦਲ ਨਾਲ ਜੋੜਦੇ, ਗੁਰੂ ਘਰ ਨਾਲ ਜੋੜ ਦਿੰਦੇ ਨੇ ਉਹਨੂੰ। ਪਰ ਸਾਨੂੰ ਸਮਝਣਾ ਪਏਗਾ, ਇਹ ਭਾਵੇਂ ਅੱਜ ਉਹ ਅਕਾਲੀ ਦਲ ਕਹਿੰਦੇ ਨੇ ਆਪਣੇ ਆਪ ਨੂੰ, ਪਰ ਉਹਨਾਂ ਨੂੰ ਅਕਾਲ ਪੁਰਖ ਨਾਲ ਕੋਈ ਮਤਲਬ ਨਹੀਂ ਹੈਗਾ। ਜਿਹੜਾ ਹਰ ਨਿਮਾਣਾ ਸਿੱਖ ਹੈ, ਜਿਹੜਾ ਗੁਰੂ ਘਰ ਨੂੰ ਮੰਨਣ ਵਾਲਾ ਸਿੱਖ ਹੈ, ਜਿਹੜਾ ਗੁਰੂ ਦਾ ਡਰ ਭੋ ਰੱਖਦਾ, ਜਿਹੜਾ ਅਕਾਲ ਪੁਰਖ ਦਾ ਡਰ ਰੱਖਦਾ, ਉਹ ਅਕਾਲੀ ਅਸਲ ਵਿੱਚ। ਇਹ ਅਕਾਲੀ ਕਿੱਥੇ ਰਹਿ ਗਏ ਨੇ? ਇਹਨਾਂ ਨੇ ਤਾਂ ਕੌਮ ਨੂੰ ਵੇਚ ਕੇ ਖਾ ਲਿਆ। ਦੇਖੋ, ਇਸ ਤਰ੍ਹਾਂ ਜਿਹੜਾ ਅਕਾਲੀ ਆ, ਅਸੀਂ ਵੀ ਆਪਣਾ ਐਮਐਲਏ ਰਹੇ ਹਾਂ। ਅਸੀਂ ਜਦੋਂ ਕਿਸੇ ਮੰਦਿਰ 'ਚ ਜਾਂਦੇ ਸੀਗੇ ਜਾਂ ਕਿਤੇ ਆਪਣਾ ਗਿਰਜਾ 'ਚ ਜਾਂਦੇ ਸੀਗੇ, ਅਸੀਂ ਆਪਣੇ ਉੱਥੇ ਜਾ ਕੇ ਫਤਿਹ ਬੁਲਾਈ ਦੀ ਸੀਗੀ, ਚਾਹੇ ਮਾਤਾ ਦੀ ਮੂਰਤੀ, ਚਾਹੇ ਸ਼ਿਵ ਜੀ ਦੀ ਹੈ। ਸਾਨੂੰ ਪਤਾ ਹੈ ਕਿ ਸਾਡਾ ਜਿਹੜਾ ਰੱਬ ਹੈਗਾ, ਅਸੀਂ ਉਹਨੂੰ ਆਪਣਾ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾਈ ਦੀ ਸੀ। ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਖੁਸ਼ੀ ਵੀ ਲੈਂਦੇ ਸੀਗੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜੇ ਆਪਣਾ ਸੀਸ ਦਿੱਤਾ ਸੀ, ਇਹਨਾਂ ਮੰਦਰਾਂ ਦੀ ਖਾਤਰ ਦਿੱਤਾ ਸੀਗਾ। ਪਰ ਉੱਥੇ ਜਾ ਕੇ ਜੇ ਤੁਸੀਂ ਉਹਨਾਂ ਜਾ ਕੇ ਹਵਨ ਪੂਜਾ ਹੀ ਕਰਨ ਲੱਗ ਪਓ, ਤੁਸੀਂ ਸ਼ਿਵ ਜੀ ਜਾ ਕੇ ਦੁੱਧ ਚੜਾਉਣ ਲੱਗ ਪਓ, ਇਹ ਕਿੱਥੋਂ ਦੀ ਮੱਤ ਹੈਗੀ ਆ? ਤੁਸੀਂ ਆਪਣਾ ਧਰਮ 'ਤੇ ਕਾਇਮ ਰੱਖੋ, ਕਿਤੇ ਤੇ ਖੜ ਜਾਓ। ਤੁਸੀਂ, ਇਹ ਹਰ ਬੰਦਾ ਸਮਝਦਾ ਹੈ ਵੀ ਇਹਨਾਂ ਦਾ ਧਰਮ ਇਹ ਹੈ, ਪਰ ਅਸੀਂ
ਉਹਨਾਂ ਦਾ ਸਤਿਕਾਰ ਕਰਦੇ ਸੀਗੇ, ਉਹਨਾਂ ਦੀ ਖੁਸ਼ੀ ਲਈਦੀ ਸੀ, ਉਹਨਾਂ ਦੀ ਖੁਸ਼ੀ ਜਾ ਕੇ ਸ਼ਾਮਲ ਹੁੰਦੇ। ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਦੇ ਕੇ ਉਹਨਾਂ ਦੀ ਖੁਸ਼ੀ ਲਈ ਸੀ, ਆਪਾਂ ਵੀ ਜਾ ਕੇ ਉਹਨਾਂ ਦੇ ਮੰਦਰਾਂ 'ਚ ਸਾਨੂੰ ਬੁਲਾਉਂਦੇ ਨੇ ਤੇ ਅਸੀਂ ਜਾ ਕੇ ਉਹਨਾਂ ਦੀ ਖੁਸ਼ੀ ਲਈਦੀ, ਉਹਨਾਂ ਦੇ ਹਾਜ਼ਰ ਹੋ ਜਾਈਦਾ ਉੱਥੇ। ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜਾ ਕੇ ਉੱਥੇ ਸ਼ਿਵਲਿੰਗ ਆਪਣਾ ਜਾ ਕੇ ਉੱਥੇ ਦੁੱਧ ਚੜਾਉਣਾ, ਕਿਉਂਕਿ ਤੁਹਾਨੂੰ ਸਿੱਖ ਕਮਿਊਨਿਟੀ ਵੀ ਦੇਖ ਰਹੀ ਹੈ। ਤਾਂ ਹਰ ਇੱਕ ਦਾ ਧਰਮ ਮੁਬਾਰਕ ਹੈ ਸਭ ਨੂੰ, ਪਰ ਸਾਨੂੰ ਆਪਣਾ ਧਰਮ ਹੈ, ਸਾਡਾ ਧਰਮ ਜਿਹੜਾ ਸਾਨੂੰ ਮੁਬਾਰਕ ਹੈ, ਉਹਨਾਂ ਦਾ ਸਤਿਕਾਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਪਰ ਇਹ ਜਾ ਕੇ ਜਦੋਂ ਜਾ ਕੇ ਸੌਦਾ ਸਾਧਦੇ, ਤੁਸੀਂ ਸਿੱਧੀ ਗੱਲ ਹੈ, ਜਾ ਕੇ ਆਪਣਾ ਮੰਗੋ, ਉਹਨਾਂ ਦੇ ਚਰਨਾਂ ਜਾ ਕੇ ਬਹਿਣਾ ਤੁਹਾਡਾ ਕੀ ਮਤਲਬ? ਤੁਸੀਂ ਇੱਕ ਲੀਡਰ ਹੋ, ਲੀਡਰ ਬਣ ਕੇ ਗਏ ਹੋ, ਜਾ ਕੇ ਤੁਸੀਂ ਨਸਮਸਤਕ ਹੋ ਰਹੇ ਹੋ। ਮਤਲਬ ਕਿੱਥੇ ਦੀ ਕੀ ਗੱਲ ਕਹੀਏ ਇਹਨਾਂ ਨੂੰ, ਕੀ ਸਮਝਾਈਏ? ਮਤਲਬ ਕਿ ਇੱਕ ਕਹਿੰਦੇ ਆਪਣੇ ਨੂੰ ਬਾਬਾ ਬੋੜ ਹੈ, ਉਹ ਬਾਈ ਤੁਹਾਨੂੰ ਸਮਝ ਨਹੀਂ ਹੈਗੀ, ਤੁਹਾਨੂੰ ਕੋਈ ਲੋਕ ਨਕਾਰ ਦੇਣਗੇ ਜੇ ਤੁਸੀਂ ਉਹਦੇ ਘਰ ਚਲੇ ਗਏ, ਜਾ ਕੇ ਬਹਿ ਜਾਓ ਉੱਥੇ ਆਰਾਮ ਨਾਲ ਬਰਾਬਰ ਦੇ। ਤੇ ਤੁਸੀਂ ਜਾ ਕੇ ਮਤਲਬ ਕਿ ਸੋਚੋ ਕਿ ਆਪਣਾ ਮੈਨੂੰ ਵੋਟ ਲੈਣੀ ਹੈ, ਮੈਂ ਲੰਮਾ ਹੀ ਪੈ ਜਾ, ਤੁਹਾਨੂੰ ਕੌਮ ਦੇਖ ਰਹੀ ਹੈ, ਤੁਹਾਡਾ ਕੋਈ ਇੱਕ ਮਿਸ਼ਨ ਵੀ ਹੈਗਾ। ਗੁਰੂ ਗੋਬਿੰਦ ਸਿੰਘ ਦੇ ਟਾਈਮ ਤੇ ਵੀ ਸਾਰੀਆਂ ਗੱਲਾਂ ਜੋੜ ਮੇਲੇ ਹੁੰਦੇ ਸੀ, ਸਭ ਦੇ ਆਪਸ 'ਚ ਇੱਕ ਦੂਜੇ ਨਾਲ ਗੱਲਾਂ ਬਾਤਾਂ ਹੁੰਦੀਆਂ ਸੀ, ਪਰ ਉਹ ਇੱਕ ਦੂਜੇ ਨੂੰ ਸਮਰਪਿਤ ਨਹੀਂ ਹੋ ਜਾਂਦੇ। ਆਪਣਾ ਧਰਮ ਆਪਣਾ, ਉਹਨਾਂ ਦਾ ਧਰਮ ਉਹਨਾਂ ਦਾ। ਤੁਸੀਂ ਆਪਣੀ ਜਗ੍ਹਾ ਠੀਕ ਰਹੋ, ਅਸੀਂ ਆਪਣੀ ਜਗ੍ਹਾ ਠੀਕ ਰਹੀਏ, ਕਿਉਂਕਿ ਤੁਹਾਨੂੰ ਲੋਕ ਦੇਖ ਰਹੇ, ਤੁਸੀਂ ਆਪਣੇ ਨੂੰ ਅਕਾਲੀ ਕਹਿੰਦੇ, ਫਿਰ ਅਕਾਲ ਪੁਰਖ ਨੂੰ ਮੰਨਣ ਵਾਲਾ ਅਕਾਲੀ ਹੋ ਸਕਦਾ। ਸਿਰਸਾ ਜੀ, ਬਾਦਲ ਦਲ ਦਾ ਇਹ ਕਹਿਣਾ ਹੈ ਕਿ ਸਾਡੀ ਪਾਰਟੀ ਜਿਹੜੀ ਆ ਉਹ ਮੀਰੀ ਪੀਰੀ ਦੇ ਸਿਧਾਂਤ ਤੇ ਟਿਕੀ ਹੋਈ ਆ, ਬਾਕੀ ਜਿਹੜੀਆਂ ਸਾਰੀਆਂ ਪਾਰਟੀਆਂ ਉਹ ਜਿਹੜੀਆਂ ਸਰਕਾਰੀ ਤਖਤਾਂ ਤੇ ਅੱਗੇ ਜਾ ਕੇ ਝੁਕੀਆਂ, ਅਸੀਂ ਮੀਰੀ ਪੀਰੀ ਦੇ ਸਿਧਾਂਤ ਤੇ ਬਿਲਕੁਲ ਟਿਕੇ ਹਾਂ। ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਇਹ ਸਿਧਾਂਤ ਦੀ ਗੱਲ ਕਰਦੇ, ਫਿਰ ਸਿਧਾਂਤ ਕਿੱਥੇ ਗਏ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀਗੀ, ਜਦੋਂ ਮਹਾਰਾਜ ਦੇ ਪੱਤਰੇ ਪਾੜੇ ਗਏ ਸੀ? ਤੁਹਾਡਾ ਸਿਧਾਂਤ ਕਿੱਥੇ? ਅਕਾਲੀ ਦਲ ਜਿਹੜਾ ਅਕਾਲ ਪੁਰਖ ਨੂੰ ਮੰਨਣ ਵਾਲਾ, ਉਹਦਾ ਸਿਧਾਂਤ ਕਿੱਥੇ ਗਿਆ ਉਦੋਂ? ਇਹ ਗੱਲ ਕਰਦੇ ਆ ਮੀਰੀ ਪੀਰੀ ਦੀ, ਇਹ ਤੇ ਲੇਲੜੀਆਂ ਕੱਢਦਾ ਪਿਆ, ਸਿਰਸਾ ਤੇ ਲੇਲੜੀਆਂ ਕੱਢ ਰਿਹਾ ਕਿ ਕਿਸੇ ਤਰੀਕੇ ਨਾਲ ਸਾਨੂੰ ਹੁਣ ਵੋਟਾਂ ਪੈ ਜਾਣ, ਕਿਉਂਕਿ ਇਹਨਾਂ ਨੂੰ ਪਤਾ ਇਹਨਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਉਹ ਹੁਣ ਉਹਨੂੰ ਕਿੱਦਾਂ ਪੋਚਾ ਪਾਉਣਾ ਚਾਹ ਰਹੇ ਨੇ ਕਿ ਮੀਰੀ ਪੀਰੀ ਦਾ ਸਿਧਾਂਤ ਲੈ ਕੇ ਆ ਗਏ। ਪਿਛਲੀ ਵਾਰੀ ਜਦੋਂ ਇਲੈਕਸ਼ਨ ਸੀਗੇ ਉਦੋਂ ਅਕਾਲ ਤਖਤ ਸਾਹਿਬ ਦੀ ਗੱਲ ਲੈ ਕੇ ਆ ਗਏ ਸੀਗੇ। ਇਹ ਕੌਮ ਨੂੰ ਦੋ ਫਾੜ ਕਰਦੇ ਆ, ਜਿਹੜੇ ਅਕਾਲੀ ਜਿਹੜੇ ਹੈ ਰਾਖਸ਼ ਹੈਗੇ ਨੇ, ਇਹ ਸਾਨੂੰ ਮਤਲਬ ਕਿ ਆਪਸ ਵਿੱਚ ਫਾੜਨਾ ਚਾਹੁੰਦੇ ਨੇ। ਬੇਸ਼ੱਕ ਮੈਂ ਅੱਜ ਸਰਨਾ ਸਾਹਿਬ ਦੇ ਨਾਲ ਨਹੀਂ ਹਾਂ, ਪਰ ਸਰਨਾ ਸਾਹਿਬ ਦੇ ਟਾਈਮ ਤੇ ਇਹਨਾਂ ਨੇ ਅਕਾਲ ਤਖਤ ਨੂੰ ਯੂਜ਼ ਕੀਤਾ। ਕੀ ਅਕਾਲ ਤਖਤ ਨੂੰ ਸਰਨਾ ਨਹੀਂ ਮੰਨਦਾ ਸੀਗਾ? ਉਹ ਵੀ ਜਿਨ੍ਹਾਂ ਨੇ ਵੋਟਾਂ ਪਾਈਆਂ ਕਿ ਅਕਾਲ ਤਖਤ ਨੂੰ ਨਹੀਂ ਮੰਨਦੇ ਸੀ, ਜਿਹਨਾਂ ਨੇ ਸਰਨੇ ਨੂੰ ਵੋਟਾਂ ਪਾਤੀਆਂ ਅਕਾਲ ਤਖਤ ਦੇ ਵਿਰੁੱਧ ਹੋ ਗਏ। ਹਰ ਬੰਦਾ ਨਸਮਸਤਕ ਹੈਗਾ ਅਕਾਲ ਤਖਤ ਨੂੰ। ਇਹ ਸਿਰਫ ਮੌਕੇ ਤੇ ਆ ਕੇ ਆਪਣਾ ਹੁਣ ਮੀਰੀ ਪੀਰੀ ਦਾ ਸਿਧਾਂਤ ਲੈ ਕੇ ਆ ਗਏ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਮੀਰੀ ਪੀਰੀ ਦਾ ਮਤਲਬ ਕੀ ਹੈਗਾ? ਭਗਤੀ ਤੇ ਸ਼ਕਤੀ ਦੀ ਗੱਲ ਕੀਤੀ ਉਹਨਾਂ ਨੇ। ਉਹ ਤੁਹਾਡੇ ਕੋਲ ਜੇ ਅਗਰ ਤੁਸੀਂ ਅਕਾਲ ਤਖਤ ਤੇ ਬੈਠੇ ਹੋ, ਤੁਹਾਨੂੰ ਸਿਰਫ ਦਰਬਾਰ ਸਾਹਿਬ ਨਜ਼ਰ ਆਉਣਾ ਚਾਹੀਦਾ ਉੱਥੇ ਬੈਠ ਕੇ। ਤੁਸੀਂ ਦਰਬਾਰ ਸਾਹਿਬ ਧਰਮ ਦੀ ਗੱਲ ਕਰ ਸਕਦੇ ਹੋ ਜੇ ਤੁਸੀਂ ਰਾਜ 'ਚ ਬੈਠੇ ਹੋ। ਤੁਸੀਂ ਜਦੋਂ ਦਰਬਾਰ ਸਾਹਿਬ ਦੇ ਅੰਦਰ ਬੈਠੇ ਹੋ ਉਦੋਂ ਤੁਹਾਨੂੰ ਅਕਾਲ ਤਖਤ ਨਜ਼ਰ ਨਹੀਂ ਆਏਗਾ। ਤੁਸੀਂ ਮਤਲਬ ਕਿੱਥੇ ਖੜੇ ਹੋਗੇ? ਤੁਹਾਡੇ ਕਿਹੜੇ ਸਿਧਾਂਤ ਹੈਗੇ ਨੇ? ਤੁਸੀਂ ਸਿਧਾਂਤਾਂ ਦੀ ਗੱਲ ਕਰ ਰਹੇ ਹੋ, ਲੋਕਾਂ ਨੂੰ ਸਮਝਾਉਂਦੇ ਹੋ, ਤੁਸੀਂ ਲੇਲੜੀਆਂ ਕੱਢ ਰਹੇ ਹੋ। ਤੁਹਾਨੂੰ ਬਿਲਕੁਲ ਇਸ ਸੰਗਤ ਨੂੰ ਨਕਾਰ ਦੇਣਾ ਚਾਹੀਦਾ। ਸੰਗਤ ਨੂੰ ਸੋਝੀ ਹੋਣੀ ਚਾਹੀਦੀ ਹੈ ਕਿ ਸਾਨੂੰ ਕੌਮ ਨੂੰ ਇਹਨਾਂ ਨੇ ਪਾੜਿਆ ਚੰਗੇ ਤਰੀਕੇ ਨਾਲ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਪਾੜਿਆ, ਚਾਹੇ ਇਹਨਾਂ ਨੇ ਸਿਧਾਂਤਾਂ ਦੀ ਗੱਲ ਕਰਦੇ ਸਾਨੂੰ ਸਿਧਾਂਤ ਸਮਝਾਉਂਦੇ ਨੇ। ਉਹ ਲੋਕ ਜਿਹੜੀ ਸੰਗਤ ਭੋਲੀ ਹੈ, ਉਹਨਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਹੈਗੀ, ਸਿਧਾਂਤਾਂ ਦੀ ਗੱਲ ਕਰਦੇ ਨੇ। ਬਾਦਲ ਦਲ ਜਿਹੜਾ ਹੈ ਉਹ ਵੀਰ ਜੀ ਆਪਣੇ ਪਿਛਲੇ 8 ਸਾਲ ਦੇ ਟੈਨਓਵਰ ਨੂੰ ਨਹੀਂ ਗਿਣਾ ਰਿਹਾ, ਜਦ ਕਿ ਸਿਰਸਾ ਜੀ ਦਾ ਇਹ ਸਲੋਗਨ ਆਮ ਮਸ਼ਹੂਰ ਹੈ, 2 ਸਾਲ ਕੰਮ ਬੇਮਿਸਾਲ। ਲੇਕਿਨ ਇਹ ਨਹੀਂ ਕਿਹਾ ਜਾ ਰਿਹਾ ਵੀ ਜਿਹੜੇ 6 ਸਾਲ ਹੈ ਉਹ ਕਿਉਂ ਛੁਪਾਏ ਜਾ ਰਹੇ ਆ। ਦੇਖੋ, ਇਹਨਾਂ ਜਿਹੜੀਆਂ ਕਰਨੀਆਂ ਅੱਜ ਕੱਲ੍ਹ ਕਹਿੰਦੇ, ਲੋਕ ਕਹਿੰਦੇ ਸੀ ਪੰਥਕ ਦਲ ਸਾਹਮਣੇ ਨਹੀਂ ਆਇਆ। ਇਹ ਆਪੇ ਹੀ ਨੰਗੇ ਹੋਣ ਦੇ ਸੀ ਸਾਰੇ, ਜੋ ਇਹਨਾਂ ਦੇ ਕਾਰਨਾਮੇ ਹੋਏ 8 ਸਾਲਾਂ ਦੇ ਵਿੱਚ। ਹੁਣ ਇਹ ਸੋਚਦੇ ਕਿ 2 ਸਾਲਾਂ 'ਚ ਅਸੀਂ ਆ ਕੇ, ਮੈਂ ਮਾੜੀ ਜਿਹੀ ਗੱਲ ਜ਼ਰੂਰ ਕਰਾਂਗਾ, ਕਿਸਾਨ ਮੋਰਚੇ ਜਿਹੜੇ ਸਿੰਘ ਅਰੈਸਟ ਕੀਤੇ ਸੀਗੇ, ਉਹਨਾਂ ਦੇ ਉੱਤੇ ਹੁਣ ਇਹ ਸਾਰਾ ਪੋਚਾ ਪਾ ਕੇ ਉਹਨਾਂ ਨੂੰ ਮਤਲਬ ਕਿ ਅਸੀਂ ਕਰ ਰਹੇ ਹਾਂ, ਉਹਨਾਂ ਦੀ ਜ਼ਮਾਨਤਾਂ ਕਰਾ ਰਹੇ ਹਾਂ, ਸਾਰਾ ਕੁਛ ਉਹ ਸਮੇਟ ਕੇ 2 ਸਾਲ ਗਿਣਾ ਰਹੇ ਸਿਰਫ ਕਿ ਸਾਡੇ 2 ਸਾਲ ਹੈ। ਉਹ 6 ਸਾਲ ਤੁਹਾਡੇ ਕਿੱਥੇ ਗਏ ਜਦੋਂ ਤੁਸੀਂ ਕਰਪਸ਼ਨ ਦੇ ਵਿੱਚ ਲੀਨ ਸੀ ਸਾਰੇ? ਸਾਰਾ ਕੁਝ ਸਾਹਮਣੇ ਸੰਗਤ ਸਾਰਾ ਸਮਝਦੀ ਹੈ। ਤੁਸੀਂ ਅੱਜ ਕਹੋ ਕਿ 2 ਸਾਲ ਕਰ ਰਹੇ ਹੋ, ਸੰਗਤਾਂ ਨੂੰ ਗੁੰਮਰਾਹ ਕਰ ਰਹੇ ਨੇ ਕਿ 2 ਸਾਲ ਦੀ ਸੇਵਾ ਕਰ ਰਹੇ। ਤੁਹਾਡੇ 8 ਤੇ 2 ਸਾਲ ਤੁਹਾਡੇ ਜਿਹੜੇ ਸਕੂਲਾਂ ਦਾ ਜਿਹੜਾ ਬੇੜਾ ਗਰਕ ਹੋਇਆ, ਇਹ 2 ਸਾਲਾਂ 'ਚ ਹੋ ਗਿਆ ਕਿਤੇ? ਸਕੂਲ ਜਿਹੜੇ ਸਾਰੇ ਹੈ ਇਹ ਤੁਹਾਡੇ ਟਰਮ 'ਚ ਹੀ ਹੋਇਆ। ਤੁਸੀਂ ਸੈਕਟਰੀ ਰਹੇ ਹੋ, ਨਾਲ ਜਨਰਲ ਸੈਕਟਰੀ ਰਹੇ ਹੋ, ਤੁਸੀਂ ਕਿੱਦਾਂ ਆਪਣੇ ਆਪ ਨੂੰ ਛੁਡਾ ਸਕਦੇ ਹੋ ਇਸ ਗੱਲ ਤੋਂ? ਤੂੰ ਸੋਚਦਾ ਕਿ ਅੱਜ ਮੈਂ 2 ਸਾਲ ਪ੍ਰਧਾਨ ਬਣਿਆ ਤਾਂ ਮੈਂ ਕੀਤਾ। ਤੁਸੀਂ ਇੱਕ ਪਾਸੇ ਇਹ ਕਹਿੰਦੇ ਆ ਕਿ ਉਹ ਪ੍ਰਧਾਨ ਹੈ ਤੇ ਉਹ ਸਕੱਤਰ ਹੈ, ਉਹ ਇੱਕ ਪਾਰਟੀ ਪ੍ਰਧਾਨ ਹੋ ਗਿਆ ਤੇ ਉਹ ਸਕੱਤਰ ਬਣ ਗਿਆ, ਤੁਸੀਂ ਫਰਕ ਨਹੀਂ ਰੱਖਦੇ। ਅੱਜ ਤੁਸੀਂ ਇਹ ਕਹਿੰਦੇ ਕਿ 2 ਸਾਲ 'ਚ ਰੱਖ ਕੇ ਅਸੀਂ ਆਪਣੇ ਅਲੱਗ ਹੋ ਗਏ ਹਾਂ। ਇਹ ਕਿਸ ਤਰ੍ਹਾਂ ਕਹਿ ਸਕਦੇ ਨੇ ਕਿ ਅਸੀਂ 8 ਸਾਲ ਲਈ ਕੰਮ ਨਹੀਂ ਕੀਤਾ? ਇਹ 8 ਸਾਲ ਅਕਾਲੀ ਦਲ ਬਾਦਲ ਦੀ ਪਾਰਟੀ, ਔਰ ਇਹਦੇ 'ਚ ਚੰਗਾ ਕਾਣ ਕੀਤਾ ਇਹਨਾਂ ਨੇ। ਇਹ ਸਿਧਾਂਤਾਂ ਦੀ ਗੱਲ ਕਰਦੇ ਨੇ, ਜਦੋਂ ਸਿਧਾਂਤਾਂ ਦੀ, ਉਦੋਂ ਇਹਨਾਂ ਦੀ ਜ਼ਬਾਨਾਂ ਬੰਦ ਹੋ ਜਾਂਦੀਆਂ। ਜਿਹੜੇ ਇਹਨਾਂ ਦੇ ਮੈਂਬਰ ਰਹੇ ਨੇ ਸਾਰੇ ਪਾਰਟੀ ਦੇ, ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਉਸ ਟਾਈਮ ਇਹਨਾਂ ਦਾ ਫਰਜ਼ ਬਣਦਾ ਸੀ, ਜੇ ਸਿੱਖੀ ਸਿਧਾਂਤਾਂ ਦੀ ਗੱਲ ਕਰਦੇ ਆ, ਕਿ ਜਦੋਂ ਕੋਈ ਪੰਥ ਤੇ ਕੌਮ ਤੇ ਕੋਈ ਢਾਹ ਲੱਗਦੀ ਹੈ ਤਾਂ ਉਹਨੂੰ ਤੁਸੀਂ ਖੜੇ ਹੋ ਕੇ ਆਪਣਾ ਉਸ ਟਾਈਮ ਜਵਾਬ ਦਿਓ ਉਹਦਾ। ਅੱਜ ਤੁਹਾਨੂੰ ਕਿਸਾਨਾਂ ਦੇ ਜਿਹੜੇ ਜਵਾਨ ਸੀ ਉਹਨਾਂ ਨੂੰ ਰਿਹਾਅ ਕਰਾਉਣ ਦੇ ਉੱਤੇ ਤੁਸੀਂ ਜਾ ਕੇ ਫੋਟੋਆਂ ਖਿਚਾ ਰਹੇ, ਸਿਰਫ ਹੋਰ ਕੁਝ ਨਹੀਂ ਕੀਤਾ ਇਹਨਾਂ ਨੇ। ਸਿਰਫ ਜਾ ਕੇ ਜਦੋਂ ਰਿਹਾਅ ਹੋਣਾ ਹੁੰਦਾ ਸੀਗਾ ਉੱਥੇ ਜਾ ਕੇ ਫੋਟੋ ਖਿਚਾਉਂਦੇ ਸੀ ਸਿਰਫ, ਤੇ ਫੋਟੋ ਖਿਚਾ ਕੇ ਸੰਗਤਾਂ ਨੂੰ ਦੱਸਦੇ ਮੈਂ ਤੁਹਾਨੂੰ ਕਿਹਾ ਨਾ ਲੇਲੜੀਆਂ ਕੱਢਦਾ ਪਿਆ, ਆਪਣੇ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਬਹੁਤ ਦਰਦੀ ਹਾਂ। ਮਤਲਬ ਇਹਦੇ ਚਿਹਰੇ ਤੋਂ ਪਤਾ ਲੱਗ ਰਿਹਾ ਸਾਫ਼। ਕੋਵਿਡ ਦੇ ਦੌਰਾਨ ਵੀ ਬਹੁਤ ਸੇਵਾ ਕੀਤੀ ਹੈ। ਕੋਵਿਡ ਦੇ ਦੌਰਾਨ ਕੀ ਸੇਵਾ ਕੀਤੀ ਹੈ? ਉਹ ਮੈਂ ਦੇਖ ਰਿਹਾ ਸੀਗਾ ਬਈ ਸੰਗਤ ਸੇਵਾ ਭੇਜ ਰਹੀ ਹੈ। ਤੁਸੀਂ ਉਸ ਟਾਈਮ ਤੁਸੀਂ ਆਵਾਜ਼ ਕੀਤੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਦਰ ਤੋਂ, ਤੁਹਾਨੂੰ ਸੰਗਤਾਂ ਨੇ ਪੈਸਾ ਭੇਜਤਾ, ਸਭ ਕੁਝ ਕਰਤਾ। ਤੁਸੀਂ ਫਿਰ ਚਲੋ ਸੰਗਤ, ਇਹ ਤਾਂ ਗੁਰੂ ਦਾ ਕੰਮ ਹੈ,
ਔਰ ਤੁਹਾਡੇ ਕੋਲ ਅਗਰ ਕਮਿਸ਼ਨਰ ਆਪਣਾ ਐਡੀਸ਼ਨਲ ਕਮਿਸ਼ਨਰ ਆ ਰਿਹਾ ਹੈ, ਕਹਿੰਦਾ ਜੀ ਉਸਨੇ ਉਹ ਫੋਰਨ ਕੰਟਰੀ ਦਾ ਜੋ ਸਿਸਟਮ ਹੈ, ਬਾਹਰ ਦੇ ਜੋ ਲੋਕ ਕਰਦੇ ਨੇ ਉਹ ਐਪਰੀਸ਼ੀਏਟ ਕਰ ਰਹੇ ਸਿੱਖਾਂ ਨੂੰ, ਉਸ ਤਰੀਕੇ ਨਾਲ ਐਪਰੀਸ਼ੀਏਟ ਕਰਨ ਵਾਸਤੇ ਆ ਰਿਹਾ। ਔਰ ਸਾਡਾ ਪ੍ਰਧਾਨ ਹੋਵੇ, ਤੁਸੀਂ ਸਿੱਖ ਕਮਿਊਨਿਟੀ ਨੂੰ ਪੂਰਾ ਰਿਪਰੈਜ਼ੈਂਟ ਕਰ ਰਹੇ ਹੋ, ਤੇ ਸਾਡਾ ਪ੍ਰਧਾਨ ਉਹ ਗੱਡੀ ਤੇ ਚੜ੍ਹ ਕੇ ਉਹਦੀ ਵੀਡੀਓ ਬਣਾ ਰਿਹਾ। ਲੱਖ ਲਾਣਾ ਤਾਂ ਤੁਹਾਡੇ। ਸਾਡਾ ਸਟੇਟਸ ਕੀ ਰਿਹਾ, ਤੁਹਾਡਾ ਸਟੇਟਸ ਕੀ ਰਹਿ ਗਿਆ ਪ੍ਰਧਾਨਗੀ ਦਾ? ਤੁਸੀਂ ਗੱਲਾਂ ਕਰਦੇ ਹੋ, ਤੁਹਾਡੇ ਕਿੱਥੇ ਸਿਧਾਂਤ ਚਲੇ ਗਏ? ਪ੍ਰਧਾਨ ਦਾ ਕੰਮ ਥੋੜਾ ਘੱਟ ਬੋਲੇ, ਔਰ ਇਹ ਗੱਲ ਨੂੰ ਸੁਣਨ ਨੂੰ ਬੰਦੇ ਤਰਸ ਜਾਣ। ਇਹ ਤੇ ਆਪ ਹੀ ਰੋਜ਼ ਵੀਡੀਓ ਫੜ ਕੇ ਮੋਬਾਈਲ ਫੜ ਕੇ ਲੱਗਾ ਰਹਿੰਦਾ। ਮਤਲਬ ਆਪਣੇ ਆਪ ਨੂੰ ਇੰਨਾ ਉਹ ਕਰ ਰਿਹਾ, ਲਿਲੜੀਆਂ ਕੱਢ ਰਿਹਾ ਕਿ ਮੈਂ ਬਸ ਇੱਕ ਸਿੱਖ ਕੌਮ ਦਾ ਮੈਂ ਹੀ ਇੱਕ ਇਕੱਲਾ ਰਹਿ ਗਿਆ। ਮਤਲਬ ਮੈਂ ਹੀ ਜਿਹੜਾ ਸਿੱਖ ਕੌਮ ਦਾ ਜਿਹੜਾ ਸਾਰਾ ਕੁਝ ਕਰਨ ਵਾਲਾ ਹੈਗਾ, ਹੋਰ ਦੇ ਬਾਕੀ ਸਾਰੇ ਐਵੇਂ ਹੀ ਆ। ਇਹੀ ਇੱਕ ਸੱਚੇ ਸਿੱਖ ਰਹਿ ਗਏ ਨੇ, ਬਾਕੀ ਹੋਰ ਤਾਂ ਕੋਈ ਹੈ ਹੀ ਨਹੀਂ। ਸਿੱਖ ਇੰਸਟੀਟਿਊਸ਼ਨ ਦਾ ਜਿਹੜਾ ਮਿਆਰ ਆ, ਵਿਦਿਅਕ ਮਿਆਰ ਤੇ ਆਰਥਿਕ ਮਿਆਰ ਜਿਹੜਾ ਉਹ ਡਿੱਗਾ, ਉਹਦਾ ਕਾਰਨ ਕਿਸ ਨੂੰ ਮੰਨਦੇ ਹੋ ਤੁਸੀਂ? ਦੇਖੋ ਹੁਣ ਉਹੀ ਗੱਲ 8 ਸਾਲਾਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਬਈ ਸਰਨਾ ਸਾਹਿਬ ਨੇ ਚਲੋ ਜੋ ਕਹਿੰਦੇ ਵੀ ਕਰਤਾ ਪਿੱਛੇ ਕਰਤਾ, ਪਰ 8 ਸਾਲ ਤੁਹਾਡੇ ਕੋਲ ਤੁਸੀਂ ਕੀ ਕੀਤਾ? ਜਵਾਬ ਦਿਓ ਨਾ ਵੀ ਤੁਸੀਂ ਕੀ ਕੀਤਾ? ਤੁਹਾਡੇ ਹੁੰਦਿਆਂ ਜੇ ਤੁਸੀਂ ਪਿਓ ਦੇ ਪੁੱਤ ਸੀਗੇ, ਆਪਣੇ ਕਹਿੰਦੇ ਹੋ ਅਸੀਂ ਸਿਧਾਂਤਾਂ ਵਾਲੇ ਬੰਦੇ ਆ, ਤੇ ਤੁਹਾਡੇ ਸਿਧਾਂਤ ਕਿੱਥੇ ਗਏ? ਤੁਸੀਂ ਕਿਉਂ ਨਹੀਂ ਠੀਕ ਕਰ ਲਿਆ ਇਹਨਾਂ ਨੂੰ? 8 ਸਾਲ ਥੋੜੇ ਨਹੀਂ ਹੁੰਦੇ। ਅੱਜ ਤੁਸੀਂ 6 ਮਹੀਨਿਆਂ 'ਚ ਤੁਸੀਂ ਕਹਿੰਦੇ ਜਿਹੜਾ ਡਾਇਲਿਸਿਸ ਸੈਂਟਰ 6 ਮਹੀਨੇ ਨਹੀਂ, ਮੇਰੇ ਬਹੁਤ ਘੱਟ ਸਮੇਂ 'ਚ ਇਹਨਾਂ ਨੇ ਕਰਤਾ ਉਹਨੂੰ, ਵੀ ਫਟਾਫਟ ਇਲੈਕਸ਼ਨ ਦਾ ਜਿਹੜਾ ਸਮਾਂ ਸੀਗਾ, ਇਲੈਕਸ਼ਨ ਨੂੰ ਮੁੱਖ ਰੱਖਦੇ ਹੋ ਤੁਸੀਂ ਡਾਇਲਿਸਿਸ ਦਾ ਖੋਲ੍ਹ ਦਿੱਤਾ। ਤੇ 8 ਸਾਲ ਤੁਸੀਂ ਕਿੱਥੇ ਸੀਗੇ? ਤੁਸੀਂ ਲੰਗਰਾਂ ਦਾ ਜਿਹੜਾ ਪੈਸਾ ਆਇਆ, ਉਹ ਜਾ ਕੇ ਤੁਸੀਂ ਮੇਰਾ 40-50 ਕਰੋੜ ਰੁਪਏ, 80 ਕਰੋੜ ਮੇਰੇ ਖਿਆਲ ਕਹਿੰਦੇ ਆਇਆ ਸ਼ਾਇਦ, ਤੇ ਉਹ ਪੈਸਾ ਤੁਸੀਂ ਤਨਖਾਹਾਂ ਦਿੱਤੀਆਂ, ਜਿਹੜਾ ਗੁਰੂ ਘਰ ਦਾ ਪੈਸਾ ਤੁਸੀਂ ਉੱਥੇ ਯੂਜ਼ ਕਰਨਾ ਸੀ ਜਿੱਥੇ ਲੰਗਰਾਂ ਦਾ ਆਇਆ ਸੀਗਾ। ਫਿਰ ਤੁਸੀਂ ਆਟਾ ਵੇਚਿਆ। ਮਤਲਬ ਕੀ ਨਹੀਂ ਤੁਸੀਂ ਕੀਤਾ? ਕਿਹੜੇ ਤੁਹਾਡੇ ਸਿਧਾਂਤ ਆ? ਗੁਰੂ ਨਾਨਕ ਦਾ ਜਿਹੜਾ ਲੰਗਰ ਆ, ਗੁਰੂ ਘਰ ਨੂੰ ਜਦੋਂ ਆਟਾ ਦਿੰਦੇ ਨੇ, ਉਹ ਸੰਗਤ ਨੇ ਕਿ ਲੰਗਰ ਦੀ ਸੇਵਾ ਜਦੇ, ਉਹ ਮਾਇਆ ਦੀ ਸੇਵਾ ਕਹਿੰਦੇ, ਕਦੇ ਲੰਗਰ ਦੀ ਸੇਵਾ ਜਦੇ। ਉਹ ਤੁਸੀਂ ਸਿਧਾਂਤ ਦੀ ਗੱਲ ਕਰਦੇ। ਤੁਹਾਡੇ ਸਿੱਖ ਗਰੀਬ ਸਿਗਲੀ ਘਰ ਸਾਡੇ ਜਿਹੜੇ ਵੀਡੀਓ ਸੁਣਦੇ ਸੀ, ਸਾਡੇ ਇੱਥੇ ਰਾਸ਼ਨ ਨਹੀਂ ਹੈਗਾ, ਸਾਡੀ ਮਦਦ ਕਰੋ। ਉਹ ਤੁਸੀਂ ਅਗਰ ਚਾਹੁੰਦੇ ਤਾਂ ਹਰ ਗੁਰਦੁਆਰਾ ਗੁਰੂ ਸਿੰਘ ਸਾਹਿਬਾਂ ਨੂੰ ਤੁਸੀਂ ਆਪਣਾ ਕਾਲ ਕਰਦੇ ਵੀ ਜਿੱਥੇ ਤੇ ਸਿੱਖ ਬੈਠੇ, ਕਿਸੇ ਨੂੰ ਚੀਜ਼ ਦੀ ਲੋੜ ਆ, ਆਟਾ ਵੇਚਣ ਤੁਸੀਂ ਚਲੇ ਗਏ, ਤੁਸੀਂ ਆਟਾ ਦਿੰਦੇ, ਉੱਥੇ ਉਹਨਾਂ ਨੂੰ ਭੇਜਦੇ। ਸਾਡੀ ਇੱਕ ਸੰਸਥਾ, ਤੁਸੀਂ ਵੋਟਾਂ ਲੈਣ ਤੇ ਇਹਨਾਂ ਕੋਲ ਆ ਜਾਂਦੇ ਸਿੰਘ ਸਭਾਵਾਂ ਕੋਲੋਂ, ਤੇ ਅਦਰਵਾਈਜ਼ ਤੁਹਾਨੂੰ ਉਦੋਂ ਚਾਹੀਦਾ ਸੀਗਾ ਕਾਲ ਕਰਦੇ ਸਾਰੀਆਂ ਸਿੰਘ ਸਭਾਵਾਂ ਨੂੰ ਕਿ ਭਾਈ ਤੁਸੀਂ ਆਪਣਾ ਦੱਸੋ ਤੁਹਾਨੂੰ ਕੋਈ ਦਿੱਕਤ ਹੈਗੀ ਹੈ। ਤੁਸੀਂ ਚੱਕ ਕੇ ਆਟਾ ਵੇਚਤਾ, ਜਿਹੜਾ ਗੁਰੂ ਘਰ 'ਚ ਆਟਾ ਵੇਚਣਾ ਤਾਜ਼ਾ ਆਟਾ ਸੀਗਾ, ਤੁਸੀਂ ਭੇਜਦੇ ਟਰੱਕ ਭਰ ਕੇ, ਦੂਜੀਆਂ ਸਟੇਟਾਂ 'ਚ ਭੇਜਦੇ। ਇੱਥੇ ਖਾਲਸਾ ਸਾਈਡ ਵਾਲੇ ਜਾ ਕੇ ਸੇਵਾਵਾਂ ਕਰਦੇ ਪਏ ਆ। ਤੁਸੀਂ ਉਦੋਂ ਜਾ ਲੰਗਰ ਲਾਣ ਡੇ ਸੀਗੇ, ਜਹਾਜ਼ਾਂ ਦੇ ਫਲੈਟਾਂ ਤੁਸੀਂ ਜਾਂਦੇ ਸੀਗੇ, ਤੇ ਹੁਣ ਤੁਹਾਨੂੰ ਕੀ ਹੋਇਆ ਸੀ ਜਦੋਂ ਆਟਾ ਤੁਸੀਂ ਵੇਚਣ ਚਲੇ ਗਏ? ਭੇਜਦੇ ਆਪਣੀ ਸਾਰੇ ਸਿੰਘਾਂ ਨੂੰ। ਕੋਈ ਗਰੀਬ ਸੀ, ਗੁਰੂ ਨਾਨਕ ਦਾ ਸਰਬੱਤ ਦੇ ਭਲੇ ਦੀ ਗੱਲ ਕਰਦਾ, ਤੁਸੀਂ ਉਹਨੂੰ ਵੇਚਣਾ ਜ਼ਰੂਰੀ ਸੀਗਾ, ਉਹਨੂੰ ਆਪਣਾ ਡਿਵਾਈਡ ਕਰਦੇ ਦਿੰਦੇ, ਡਿਊਟੀਆਂ ਲਗਾਉਂਦੇ। ਉਹਦਾ ਤੁਸੀਂ ਭੱਜ ਜਾਂਦੇ ਜਦੋਂ ਕੋਈ ਫਲੱਡ ਆਉਂਦਾ ਹੈ, ਫਲੈਟਾਂ ਕਰਕੇ ਤੁਸੀਂ ਜਾ ਕੇ ਇੱਥੇ ਲੰਗਰ ਪਹੁੰਚਾ ਰਹੇ ਹੋ। ਇਹ ਤੁਹਾਡਾ ਕਿੱਥੇ ਸਿਧਾਂਤ ਗਿਆ? ਤੁਸੀਂ ਸਿਧਾਂਤਾਂ ਦੀ ਗੱਲ ਕਰਦੇ, ਸਿਧਾਂਤ ਸਾਨੂੰ ਸਮਝਾਉਣਗੇ। ਤੁਸੀਂ ਡਾਇਲਿਸਿਸ ਸੈਂਟਰ ਦੀ ਗੱਲ ਕੀਤੀ ਆ, ਬਾਲਾ ਸਾਹਿਬ ਹਸਪੀਟਲ ਦਾ ਜੋ ਵਿਜ਼ਨ ਸੀ ਉਹ ਤੇ ਸੀ 550 ਬੈੱਡ ਦਾ, ਲੇਕਿਨ ਉਹਨੂੰ ਰਿਡਿਊਸ ਕਰ ਦਿੱਤਾ ਗਿਆ ਡਾਇਲਿਸਿਸ ਸੈਂਟਰ ਦੇ ਵਿੱਚ। ਇਹਨੂੰ ਕੀ ਤੁਸੀਂ ਸਮਝੋਗੇ? ਮਤਲਬ ਇਲੈਕਸ਼ਨ ਗੇਮਿੰਗ ਆ, ਜਾਂ ਡਿਸਸਰਵਿਸ ਆ, ਜਾਂ ਸੰਗਤਾਂ ਦੇ ਦਸਵੰਧ ਦੀ ਮਾਇਆ ਦੇ ਨਾਲ ਇਹ ਧੋਖਾ ਹੈ? ਦੇਖੋ, ਅਗਰ ਆਪਾਂ ਗੁਰਬਾਣੀ ਦੀ ਗੱਲ ਕਰੀਏ ਨਾ, ਮਹਾਰਾਜ ਦੀ ਬਾਣੀ ਕਹਿੰਦੀ ਚੋਰ ਕੀ ਹਾਮਾ ਭਰੇ ਨਾ ਕੋਏ, ਤੇ ਚੋਰ ਕੀ ਆ ਚੰਗਾ ਕਿਉਂ ਹੋਏ। ਤੇ ਜਿਹੜੇ ਬਾਬਾ ਹਰਬੰਸ ਸਿੰਘ ਜੀ ਨੇ ਉਹਦੇ ਨੀਂਹ ਪੱਥਰ ਰੱਖਿਆ ਉੱਥੇ, ਜਦੋਂ ਇਹਦੇ ਆਪਣਾ ਉਦਘਾਟਨ ਕੀਤਾ ਸੀ ਬਾਲਾ ਸਾਹਿਬ ਦਾ, ਤੇ ਜਦੋਂ ਇਹਨਾਂ ਨੇ ਆਪਣਾ ਫਿਰ ਬਾਦਲ ਕੋਲੋਂ ਦਾ ਕਰਾਇਆ ਉਦਘਾਟਨ, ਦੁਬਾਰਾ ਪੱਥਰ ਲਵਾਇਆ ਬਾਦਲ ਦਾ। ਮਤਲਬ ਚੋਰਾਂ ਦਾ ਕੋਲੋਂ ਪੱਥਰ ਲਵਾਇਆ ਤਾਂ ਉਹਨੇ ਕੰਮ ਕੀਤੇ ਚੰਗੇ ਕਿੱਥੋਂ ਹੋ ਜਾਣੇ ਸੀਗੇ? ਸੋਚਣ ਵਾਲੀ ਗੱਲ ਹੈ। ਜੇ ਗੁਰਬਾਣੀ ਜੇ ਸਿਧਾਂਤਾਂ ਦੀ ਗੱਲ ਕਰਦਾ ਨਾ ਸਿਰਸਾ, ਤੇ ਇੱਥੇ ਆਵੇ ਬਈ ਤੁਸੀਂ ਬਾਦਲ ਕੋਲੋਂ ਪੱਥਰ ਲਵਾਤਾ। ਉਸ ਕਿੰਨੇ ਚਿਰ ਤੋਂ ਰਲਿਆ ਫਿਰਦਾ ਬਾਬਾ ਹਰਬੰਸ ਸਿੰਘ ਜੀ ਨੇ ਉਹਦਾ ਪੱਥਰ ਰੱਖਿਆ, ਨਹੀਂ ਪੱਥਰ ਰੱਖਿਆ ਸੀਗਾ। ਤੇ ਜਿਹੜੇ ਚੋਰੀਆਂ ਕਰਦੇ ਆ ਰਹੇ ਨੇ, ਜਿਹੜੇ ਗੁਰੂ ਘਰ ਨੂੰ ਲੁੱਟਣ ਦੇ ਨੇ, ਉਹਨਾਂ ਦੇ ਕੰਮ ਕੀਤੇ ਚੰਗੇ ਹੋ ਸਕਦੇ ਆ? ਕਿੱਥੋਂ ਹੋ ਜਾਣਗੇ ਚੰਗੇ ਕੰਮ ਉਹਨਾਂ ਦੇ? ਤੇ ਜੇ ਜਾਂ ਤਾਂ ਬਾਣੀ ਨੂੰ ਮੰਨ ਲਓ ਜਾਂ ਇਹਨਾਂ ਨੂੰ ਮੰਨ ਲਓ ਵੀ ਇਹ ਸਾਡੇ ਹੈਗੇ ਨੇ, ਇਹ ਸਾਡੇ ਰੱਬ ਹੈ ਜੀ, ਇਹਨਾਂ ਦੇ ਕੰਮ ਕੀਤੇ ਚੰਗੇ ਹੋਣ। ਦੱਸੋ ਨਾ ਮੈਨੂੰ ਕਿਹੜਾ ਕੰਮ ਚੰਗਾ ਕਰਤਾ 8 ਸਾਲਾਂ 'ਚ ਇਹਨਾਂ ਨੇ? ਇਹ 2 ਸਾਲਾਂ ਦੀ ਗੱਲ ਕਰਦਾ। ਇਹ ਵੀ ਜਿਹੜਾ ਇਹਨਾਂ ਨੇ ਖੋਲ੍ਹਿਆ ਡਾਇਲਿਸਿਸ ਦਾ, ਇਹ ਇਹਨਾਂ ਨੂੰ ਦੱਸੋ ਕਿ ਤਨਖਾਹਾਂ ਕਿੱਥੋਂ ਆਉਣਗੀਆਂ ਬਾਅਦ 'ਚ? ਇਹਨਾਂ ਨੇ ਖੋਲ੍ਹ ਤੇ ਦਿੱਤਾ, ਉਹ ਵੀ NGO ਦੇ ਨਾਲ ਮਿਲ ਕੇ। ਤਾਂ ਕਹਿਣ ਦਾ ਭਾਵ ਇਹ ਹੈਗਾ ਕਿ ਤੁਸੀਂ ਇਹ ਕੰਮ ਕਰਤੇ, ਤੁਸੀਂ ਉਹਨੂੰ ਪੱਕੇ ਤੌਰ 'ਤੇ ਕੰਮ ਨਹੀਂ ਕੀਤਾ। ਅੱਜ ਤੁਹਾਡੇ ਉੱਥੇ ਇੱਕ ਡੈਥ ਹੋ ਗਈ, ਤੁਹਾਡੇ ਕੋਲ ਕੋਈ ਦੂਸਰਾ ਸਿਸਟਮ ਨਹੀਂ ਹੈਗਾ, ਡਾਕਟਰ ਨਹੀਂ ਹੈਗਾ ਸੀਗਾ, ਕੋਈ ਬੰਦਾ ਜਿਹਨੂੰ ਅਟੈਕ ਆ ਗਿਆ, ਜਿਹਨੂੰ ਆਪਣਾ ਕੋਈ ਉਸ ਟਾਈਮ ਕੋਈ ਦਿੱਕਤ ਆ ਗਈ, ਤੁਹਾਡੇ ਕੋਲ ਸਿਰਫ ਡਾਇਲਿਸਿਸ ਦੇ ਡਾਕਟਰ ਸੀ ਉੱਥੇ, ਡਾਇਲਿਸਿਸ ਕਰਨ ਵਾਲੇ ਸੀਗੇ। ਅਦਰਵਾਈਜ਼ ਦੂਜਾ ਕੋਈ ਉੱਥੇ ਹੈ ਹੀ ਨਹੀਂ ਸੀ ਜਿਹੜਾ ਕੋਈ ਆਪਣਾ ਕੀ ਕਹਿੰਦੇ ਹੁੰਦੇ ਆ ਮੈਡੀਸਨ ਦਾ ਹੋਇਆ, ਕੋਈ ਦੂਜਾ ਹੋਏ ਜਿਹੜਾ ਉੱਥੇ ਉਹਨੂੰ ਚੈੱਕਅਪ ਕਰ ਲੈਂਦਾ। ਉਹ ਬੰਦਾ ਉੱਥੇ ਚਲੇ ਗਿਆ। ਤੁਸੀਂ ਡਾਇਲਿਸਿਸ ਇਕੱਲਾ ਖੋਲ ਕੇ ਬਾਕੀ ਦਾ ਹਸਪੀਟਲ ਨਾਲ ਨਹੀਂ ਚਾਹੀਦਾ? 550 ਬੈੱਡ ਦਾ ਹਸਪੀਟਲ ਆ, ਤੁਸੀਂ ਉਹਨੂੰ ਕੀਤਾ ਕੀ? ਤੁਸੀਂ ਉਦੋਂ ਰੌਲਾ ਪਾਇਆ ਜਦੋਂ ਮੈਂ ਕਹਿੰਦਾ ਸਰਨਾ ਸਾਹਿਬ ਦੀ ਵੀ ਗਲਤੀ ਸੀਗੀ ਉਸ ਵਕਤ। ਉਹਨਾਂ ਨੂੰ ਚਾਹੀਦਾ ਸਾਡੀ ਐਗਜ਼ੈਕਟਿਵ ਦੀ ਜਿਹੜੀ ਬਾਡੀ ਹੁੰਦੀ, ਸਭ ਤੋਂ ਵੱਡੀ ਬਾਡੀ ਮੰਨੀ ਜਾਂਦੀ ਹੈ। ਸਾਡੀ ਐਡੀ ਵੱਡੀ ਸੰਸਥਾ ਹੋਵੇ, ਐਗਜ਼ੈਕਟਿਵ ਦੀ ਜਿਹੜੀ ਬਾਡੀ ਸੀ ਉਹ ਸਭ ਤੋਂ ਵੱਡੀ ਬਾਡੀ ਸੀ। ਤੁਹਾਨੂੰ ਸੰਸਥਾ ਬਣਾਉਣ ਦੀ, ਦੂਜੇ ਬੰਦਿਆਂ ਦੀ ਲੋੜ ਕੀ ਸੀ ਬਣਾਉਣ ਦੀ? ਉਸ ਵਕਤ ਇਹਨਾਂ ਨੇ ਉਹ ਆ ਗਿਆ BL ਕਪੂਰ ਜਿਹੜਾ ਸੀਗਾ, ਉਦੋਂ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਦੇ ਉੱਥੇ ਅਸੀਂ ਖੜੇ ਸੀਗੇ। ਉਸ ਟਾਈਮ ਦਾਸ ਉੱਥੇ ਹੁੰਦਾ ਸੀਗਾ, ਸੇਵਾ 'ਚ ਹੁੰਦਾ ਸੀਗਾ ਨਾਲ।
ਉਦੋਂ ਇਹਨਾਂ ਦੇ ਆਪੋਜੀਸ਼ਨ ਬਾਦਲ ਵਾਲੇ ਜਿਹੜੇ ਇਹਨਾਂ ਨੇ ਉਹ 'ਤੇ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਦੀ ਹਿੱਕ ਤੇ ਸੋਡੇ ਦੀਆਂ ਬੋਤਲਾਂ ਮਾਰੀਆਂ। ਹਾਲਾਂਕਿ ਮਾਰੀਆਂ ਸਰਨੇ ਨੂੰ ਸੀਗੀਆਂ, ਪਰ ਸਾਹਮਣੇ ਗੁਰਦੁਆਰਾ ਸੀ, ਅਸੀਂ ਉੱਥੇ ਖੜੇ ਸੀ, ਸਾਡੇ ਪੈਰਾਂ ਜਾ ਕੇ ਬੋਤਲਾਂ ਟੁੱਟੀਆਂ। ਬਾਅਦ 'ਚ ਝਾੜੂ ਨਾਲ ਇਕੱਠੀਆਂ ਕੀਤੀਆਂ ਸੀ ਉੱਥੇ, ਉਹਦੀ ਗੱਡੀ ਵੀ ਤੋੜੀ ਗਈ। ਉਹ ਮਤਲਬ ਤੁਸੀਂ ਗੁਰੂ ਘਰ ਤੇ 84 ਨੂੰ ਤਾਂ ਅਸੀਂ ਸੁਣਿਆ ਸੀਗਾ ਉਦੋਂ ਕਿ 84 ਦੇ ਸਾਡੇ ਲੋਕਾਂ ਨੇ ਇਦਾਂ ਕੀਤਾ, ਪਰ ਇਹਨਾਂ ਨੇ ਖੁਦ ਉਸ ਵਕਤ ਇਹਨਾਂ ਨੇ ਬੋਤਲਾਂ ਚਲਾ ਕੇ, ਇਹੀ ਬੰਦੇ ਸੀਗੇ ਬਾਦਲ ਦਲ ਦੇ, ਤੇ ਉਸ ਵਕਤ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਦੇ ਹਿੱਕ ਤੇ ਬੋਤਲਾਂ ਵੱਜੀਆਂ ਉੱਥੇ। ਇਹ ਕਿੱਥੇ ਖੜੇ, ਕਿਹੜੇ ਸਿਧਾਂਤਾਂ ਦੀ ਗੱਲ ਕਰਦੇ ਸਾਡੇ ਨਾਲੇ? ਬਾਦਲ ਕਰਦੇ ਆ। ਅੱਜ ਲੋਕਾਂ ਨੂੰ ਜਾਗਰਤੀ ਆ ਗਈ ਹੈ, ਨੌਜਵਾਨ ਖੜਾ ਹੋ ਗਿਆ। ਜੇ ਲੋਕਾਂ ਨੂੰ ਲੱਗਦਾ ਹੈ ਅੱਜ ਕਿ ਇਹ ਸਿਧਾਂਤਾਂ ਦੀ ਗੱਲ ਕਰਦੇ, ਸਿਧਾਂਤ ਸਾਰੇ ਚੈੱਕ ਕਰ ਲਓ ਇਹਨਾਂ ਨੇ ਕੀ ਕੀਤਾ ਪਿੱਛੇ, ਤੇ ਚੈੱਕ ਕਰਕੇ ਫੇਰ ਵੋਟ ਪਾਇਓ, ਆਪਣੇ ਜ਼ਮੀਰ ਨੂੰ ਜਿੰਦਾ ਕਰ ਲਿਓ। ਸੰਤ ਜਰਨੈਲ ਸਿੰਘ ਭਿੰਡਰਾਲਾ ਕਹਿੰਦਾ ਸੀਗਾ, ਕਹਿੰਦਾ ਜੇ ਜ਼ਮੀਰ ਮਰ ਗਿਆ ਨਾ ਤਾਂ ਬੰਦੇ ਦਾ ਮਰਨਾ ਹੁੰਦਾ, ਜੇ ਜ਼ਮੀਰ ਆਪਣਾ ਜਿੰਦਾ ਰੱਖਿਓ। ਵੋਟ ਪਾਉਣ ਤੋਂ ਪਹਿਲਾਂ ਸੋਚ ਲਿਓ ਕਿ ਇਹਨਾਂ ਨੂੰ ਵੋਟ ਪਾਣੀ ਕਿ ਨਹੀਂ ਪਾਣੀ। ਜਿਹੜੀ ਲਿਲੜੀਆਂ ਕੱਢਦੇ ਫਿਰਦੇ ਅੱਜ ਆਪਣੇ ਆਪ ਨੂੰ ਦੱਸਦੇ ਕਿ ਸਾਡੇ ਫਾਦਰ ਨੇ ਆਹ ਕੀਤਾ, ਸਾਡੇ ਫਾਦਰ ਨੇ ਉਹ ਕੀਤਾ। ਉਹ ਕਹਿਣ ਦਾ ਭਾਵ ਕਿ ਤੁਸੀਂ ਗੁਰਮਤਿ ਤੇ ਗੁਰਬਾਣੀ ਦੇ ਆਧਾਰ ਤੇ ਕੋਈ ਗੱਲ ਕਰਕੇ ਤਾਂ ਦਿਖਾਓ, ਜੋ ਗੁਰਬਾਣੀ ਕਹਿੰਦੀ ਉਹ ਤੇ ਚੱਲ ਕੇ ਤਾਂ ਦਿਖਾਓ। ਤੁਸੀਂ ਸਾਨੂੰ ਸਿਧਾਂਤ ਸਮਝਾਉਣ ਆ ਗਏ ਮੇਰੀ ਪੀਰੀ ਦਾ ਅੱਜ। ਜੀਕੇ ਤੇ ਸਿਰਸਾ ਜੀ ਆਪਸ ਵਿੱਚ ਇੱਕ ਗੇਮ ਖੇਡ ਰਹੇ ਆ, ਬਲੇਮ ਗੇਮ। ਉਹ ਜੀਕੇ ਜੀ ਉਹਨੂੰ ਬਲੇਮ ਕਰ ਰਹੇ ਆ ਸਿਰਸੇ ਨੂੰ, ਸਿਰਸਾ ਜੀਕੇ ਨੂੰ ਬਲੇਮ ਕਰ ਰਿਹਾ, ਜਦ ਕਿ ਦੋਨਾਂ ਤੇ ਕਰਪਸ਼ਨ ਦੇ ਚਾਰਜਸ ਲੱਗੇ ਆ। ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ? ਦੇਖੋ ਹਮਾਮ 'ਚ ਦੋਨੋਂ ਹੀ ਨੰਗੇ ਹੈਗੇ ਨੇ। ਹੁਣ ਉਹ ਕਿੱਦਾਂ, ਹੁਣ ਇਹਦੇ 'ਚ ਮੈਂ ਹੁਣ ਕੀ ਕਵਾਂ ਇਹਨਾਂ ਨੂੰ, ਕਿਹੜੀ ਮੈਂ ਇਹਨਾਂ ਤੇ ਉਹ ਉਦਾਹਰਨ ਲਾਵਾਂ ਕਿ ਇਹਨਾਂ ਨੂੰ ਮਤਲਬ ਕਿ ਆਪਣਾ ਇਹਨਾਂ ਨੇ ਚੋਰੀਆਂ ਕੀਤੀਆਂ ਨੇ। ਜੀਕੇ ਦਾ ਕਹਿਣਾ ਕਿ ਬਾਦਲ ਦਲ ਨੂੰ ਇਹਨੇ ਸਾਰਾ ਸਿਰਸੇ ਨੇ ਪੈਸਾ ਭੇਜਿਆ, ਸਿਰਸੇ ਦਾ ਕਹਿਣਾ ਕਿ ਜੀਕੇ ਨੇ ਜਿਹੜਾ ਸਾਰਾ ਪੈਸਾ ਗੋਲਕਾਂ ਦਾ ਲੁੱਟ ਕੇ ਖਾ ਲਿਆ। ਦੇਖੋ ਮੈਂ ਇੱਕ ਗੱਲ ਜਾਣਦਾ, ਪੰਥਕ ਦਲ ਅਗਰ ਨਹੀਂ ਬੋਲਿਆ ਨਾ, ਕਾਰਨ ਇਹੀ ਸੀਗਾ ਕਿ ਆਪੇ ਨੰਗੇ ਹੋ ਰਹੇ ਸੀ ਸਾਰੇ, ਆਪੇ ਇੱਕ ਦੂਜੇ ਦੇ ਕਿਚੜ ਪਾਣ ਰਹੇ ਸੀਗੇ। ਅਸੀਂ ਤਾਂ ਕਹਿੰਦੇ ਸਾਡਾ ਢਿੱਡ ਨੰਗਾ ਹੁੰਦਾ ਜੇ ਅਸੀਂ ਮਤਲਬ ਸਾਨੂੰ ਅੱਜ ਤੁਸੀਂ ਇਕੱਲੇ ਨਹੀਂ ਰਹਿ ਗਏ, ਤੁਸੀਂ ਸੋਸ਼ਲ ਮੀਡੀਆ ਤੁਹਾਨੂੰ ਦੂਜੇ ਲੋਕ ਵੀ ਦੇਖਦੇ ਨੇ। ਇੱਕ ਪਾਸੇ ਤਾਂ ਆਪਾਂ ਲੰਗਰ ਲਗਾ ਰਹੇ ਹਾਂ, ਇੰਨੀਆਂ ਸੇਵਾਵਾਂ ਕਰ ਰਹੇ ਹਾਂ, ਦੂਜੇ ਪਾਸੇ ਤੁਸੀਂ ਕਰਪਸ਼ਨ ਦਾ ਮੂੰਹ ਖੋਲਿਆ ਪਿਆ। ਮਤਲਬ ਕੀ ਅਸੀਂ, ਸਾਡਾ ਕੀ ਕਰੈਕਟਰ ਤੁਸੀਂ ਦੱਸੋ। 8 ਸਾਲ ਤੁਸੀਂ ਕਹਿੰਦੇ 8 ਸਾਲ ਤੁਸੀਂ ਰਹੇ ਹੋ, ਤੁਸੀਂ ਕਿਉਂ ਨਹੀਂ ਫਿਰ ਹਾਰਾ ਨਾਰਾ ਮਾਰਿਆ? ਤੁਸੀਂ ਅਗਰ ਕਹਿੰਦੇ ਅਸੀਂ 2 ਸਾਲ ਦਾ ਦਿਖਾ ਰਹੇ ਹੋ, 8 ਸਾਲ ਦਾ ਕਿਉਂ ਨਹੀਂ ਬੋਲਦੇ ਗੱਲ? ਉਦੋਂ ਤੁਸੀਂ ਕਿਉਂ ਨਹੀਂ ਵਿੱਚ ਬੋਲੇ? ਤੁਸੀਂ ਨਾਲ ਜਨਰਲ ਸੈਕਟਰੀ ਸੀ। ਤੁਸੀਂ ਅੱਜ ਗੱਲਾਂ ਕਰਦੇ ਹੋ ਕਿ ਇਹ ਆਪਣਾ ਇਹ ਚੋਰੀਆਂ ਕਰਦੇ ਸੀ, ਤੁਸੀਂ ਅੱਜ ਦੋਨੋਂ ਇੱਕ ਦੂਜੇ ਤੋਂ ਸ਼ਰਮਿੰਦੇ ਹੈਗੇ ਹੋ ਕਿ ਅਸੀਂ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਨੇ, ਔਰ ਤੁਸੀਂ ਬਖਸ਼ੇ ਨਹੀਂ ਜਾਓਗੇ। ਪਿਛਲੇ 8 ਸਾਲ ਵਿੱਚ ਇੱਕ ਵੀ ਇੰਸਟੀਟਿਊਸ਼ਨ ਜਿਹੜਾ ਆ, ਕਾਲਜ, ਸਕੂਲ ਜਾਂ ਗੁਰਮਤ ਸੈਂਟਰ ਜਿਹੜਾ, ਉਹ ਕੋਈ ਬਿਲਡਿੰਗ ਨਹੀਂ ਬਣੀ, ਨਵੀਂ ਉਸਾਰੀ ਨਹੀਂ ਹੋਈ, ਲੇਕਿਨ ਕਮੇਟੀ ਫਿਰ ਵੀ ਘਾਟੇ ਵਿੱਚ ਆ। ਇਹਦਾ ਤੁਸੀਂ ਕਾਰਨ ਕਿਸ ਨੂੰ ਮੰਨਦੇ? ਭਾਜੀ ਗੱਲ ਤੇ ਉੱਥੇ ਆ ਰਹੀ ਹੈ, ਫਿਰ ਇਹ ਲੁੱਟ ਕੇ ਖਾ ਰਹੇ ਗੁਰੂ ਘਰ ਨੂੰ। ਬਈ ਜਿਹੜਾ ਸਕੂਲਾਂ ਦਾ ਪੈਸਾ ਸੀ ਕਿੱਥੇ ਗਿਆ? ਸਾਡੇ ਕਾਲਕਾ ਜੀ ਸਕੂਲ ਦਾ 4,56 ਲੱਖ ਸਮਥਿੰਗ ਦੇ ਅਸੀਂ ਐਫਟੀ ਛੱਡ ਕੇ ਗਏ ਸੀਗੇ। ਬਈ ਇਹ ਪੈਸਾ ਕਿੱਥੇ ਗਿਆ? ਉਹ ਪੈਸਾ ਤਾਂ ਲੁਟਾਇਆ ਸਿੱਧਾ ਪੰਜਾਬ ਨੂੰ। ਇਲੈਕਸ਼ਨਾਂ 'ਚ ਗੱਡੀਆਂ ਦੇ ਪੈਟਰੋਲ, ਗੱਡੀਆਂ ਨਵੀਆਂ ਲਈਆਂ। ਇੱਥੇ ਮੈਨੂੰ ਪੁੱਛਿਆ ਕਿਹੜੀ ਕੰਪਨੀ ਖੁੱਲ੍ਹ ਗਈ ਸੀ ਜਿਹੜੇ ਤੁਹਾਨੂੰ ਮਤਲਬ ਕਿ ਕਿਹੜੇ ਲੀਡਰ ਬਣ ਗਏ ਸੀ? ਅਸੀਂ MLA, ਸਾਨੂੰ ਕਦੀ ਗੱਡੀ ਨਹੀਂ ਮਿਲੀ ਅੱਜ ਤੱਕ। ਇਹਨਾਂ ਨੂੰ ਗੱਡੀਆਂ ਚਾਹੀਦੀਆਂ ਪਿਓ ਦੇ ਪੁੱਤਾਂ ਨੂੰ। ਮਤਲਬ ਤੁਸੀਂ ਗੁਰੂ ਘਰ ਦਾ ਜਿਹੜਾ ਭਾਈ ਮਨੀ ਸਿੰਘ ਨੇ ਉਹਨੇ ਬੰਦ ਕਟਾ ਦਿੱਤਾ ਸੀਗਾ ਕਿ ਮੈਂ ਗੁਰੂ ਘਰ ਦਾ ਜਿਹੜਾ ਧਨ ਨਹੀਂ ਦੇਣਾ ਨੂੰ ਜ਼ਕਰੀਆ ਖਾਨ ਨੂੰ, ਤੇ ਇਹਨਾਂ ਨੇ ਉਹ ਗੁਰੂ ਘਰ ਦੇ ਧਨ ਦੀ ਇਹਨਾਂ ਨੇ ਐਸ਼ ਕੀਤੀ। ਇਹਨਾਂ ਨੇ ਉਹਨਾਂ ਦੇ ਅਸੀਂ ਕਰ ਦੇਣ ਤੋਂ ਮਨਾ ਕਰਤਾ ਸੀ, ਉਹ ਕਹਿੰਦਾ ਕਰ ਦਿਓ, ਕਹਿੰਦਾ ਅਸੀਂ ਜਦ ਪ੍ਰੋਗਰਾਮ ਹੀ ਨਹੀਂ ਕੀਤਾ ਅਸੀਂ ਤੈਨੂੰ ਕਰ ਕਿਉਂ ਦਈਏ? ਤੇ ਉਹਨਾਂ ਨੇ ਬੰਦ ਕਟਾਉਣਾ ਮਨਜ਼ੂਰ ਕਰ ਲਿਆ। ਇਹਨਾਂ ਨੇ ਦੋਨੇ ਖੁੱਲੇ ਹੱਥਾਂ ਨਾਲ ਲੁੱਟਿਆ, ਇਹਨਾਂ ਨੂੰ ਲੁੱਟਿਆ ਗੁਰੂ ਘਰ ਨੂੰ ਚੰਗੇ ਤਰੀਕੇ ਨਾਲ। ਮਤਲਬ ਕਿੱਥੇ ਖੜੇ ਹੋ ਤੁਸੀਂ ਸਿਧਾਂਤ ਦੱਸੋਗੇ ਸਾਨੂੰ? ਸੰਗਤ ਨੂੰ ਸਿਧਾਂਤਾਂ ਦੀ ਗੱਲ ਕਰ ਰਹੇ ਹੋ, ਮੇਰੀ ਪੀਰੀ ਦੀ ਗੱਲ ਕਰ ਰਹੇ ਹੋ ਤੁਸੀਂ। ਐਡਾ ਤੋਂ ਇਹਨਾਂ ਤੋਂ ਵੱਡੇ ਇਹ ਅਕਾਲੀ ਨਹੀਂ, ਇਹ ਬਦਾਲੀ ਹੈਗੇ ਨੇ ਸਾਰੇ। ਵੀਰ ਜੀ, ਪੰਥਕ ਸੇਵਾ ਦਲ ਵੱਲੋਂ ਤੁਸੀਂ ਆਪਣੇ ਇਸ ਗੋਬਿੰਦਪੁਰੀ ਤੋਂ ਇਲੈਕਸ਼ਨ ਕਿਉਂ ਨਹੀਂ ਲੜ ਰਹੇ? ਵੀਰ ਜੀ ਇੱਦਾਂ ਹੈ, ਆਪਾਂ ਹੁਣੇ MLA ਇਲੈਕਸ਼ਨ ਲੜਿਆ ਸੀਗਾ, ਫਿਰ ਸਾਡਾ ਜਿਹੜਾ ਸੀਗਾ ਕਿ ਮਕਸਦ ਸੀਗਾ ਕਿ ਆਪਾਂ ਪਾਰਟੀ ਦਾ ਪ੍ਰਚਾਰ ਵੀ ਕਰੀਏ। ਸਾਡੇ ਇੱਥੋਂ ਸਾਡੇ ਇੱਕ ਬਹੁਤ ਸੂਝਵਾਨ ਜਿਹੜੇ ਸਾਡੇ ਮੇਰੇ ਮਿੱਤਰ ਨੇ, ਅਸੀਂ ਆਪਸ 'ਚ ਕੋਈ ਫਰਕ ਨਹੀਂ ਸਮਝਦੇ, ਤੇ ਅਸੀਂ ਉਹਨਾਂ ਨੂੰ ਖੜਾ ਕੀਤਾ ਆਪਣਾ। ਉਹ ਜਿਹੜੇ ਸਾਡੇ ਅਬਜ਼ਰਵਰ ਵੀ ਨੇ ਧਰਮ ਪ੍ਰਚਾਰ ਕਮੇਟੀ ਦੇ, ਤੇ ਅਸੀਂ ਉਹਨਾਂ ਨੂੰ ਲੈ ਕੇ ਆਏ ਤਾਂ ਕਿ ਗੁਰੂ ਅੱਛੀ ਸੋਝੀ ਰੱਖਦੇ ਨੇ ਗੁਰੂ ਘਰ ਦੇ ਵਿੱਚ ਜੋ ਸਿਸਟਮ ਨੂੰ ਠੀਕ ਕਰਨਾ। ਸਾਡੀ ਇੱਕ ਟੀਮ ਹੈਗੀ ਹੈ ਜਿਹੜੇ ਕਿ ਪੰਥ ਪ੍ਰਤੀ ਆਪਣੇ ਆਪ ਨੂੰ ਹਮੇਸ਼ਾ ਰੱਖਦੇ ਆ, ਤੇ ਉਹਦੇ ਸਰਦਾਰ ਹਰਦੇਵ ਸਿੰਘ ਜੀ ਆਏ ਨੇ, ਤੇ ਉਹਦੇ ਸਾਹਮਣੇ ਸਾਡੇ ਹਰਮੀਤ ਸਿੰਘ ਕਾਲਕਾ ਜੀ ਵੀ ਖੜੇ ਨੇ। ਅੱਜ ਬੜੀਆਂ ਗੱਲਾਂ ਹੋ ਰਹੀਆਂ ਨੇ ਕਿ ਮੇਰੇ ਫਾਦਰ ਨੇ ਆਹ ਕੀਤਾ, ਮੇਰੇ ਫਾਦਰ ਨੇ ਉਹ ਕੀਤਾ। ਉਧਰ ਜੀਕੇ ਸਾਹਿਬ ਕਹਿ ਰਹੇ ਨੇ, ਮੈਂ ਤਾਂ ਹੈਰਾਨ ਹੁੰਨਾ ਕਿ ਇਹ ਕਹਿੰਦੇ ਮੇਰੇ ਫਾਦਰ ਨੇ ਕੀਤਾ। ਤੇ ਗੱਲ ਤਾਂ ਇਹ ਹੈਗੀ ਆ, ਤੁਸੀਂ ਫਾਦਰ ਨੇ ਤੁਹਾਡੇ ਨਾਲ ਗੱਲ ਕੀਤੀ ਆ, ਤੁਹਾਡਾ ਫਾਦਰ ਮੈਂ ਕਹਿੰਦਾ ਕਿ 7 ਸਾਲ ਉਹ ਸੀਨੀਅਰ ਮੀਤ ਪ੍ਰਧਾਨ ਰਹੇ ਨੇ। ਜਦੋਂ ਜਥੇਦਾਰ ਸੰਤੋਖ ਸਿੰਘ ਤੋਂ ਬਾਅਦ ਮੇਰਾ ਖਿਆਲ ਉਦੋਂ ਦੀ ਗੱਲ ਹੈ, ਉਹ ਐਕਸਪਾਇਰ ਹੋ ਗਏ ਤੇ ਸੀਨੀਅਰ ਮੀਤ ਪ੍ਰਧਾਨ ਸੀ। ਉਹ ਤਾਂ ਅੱਜ ਤੱਕ ਭਗੌੜੇ ਹੈਗੇ ਨੇ, ਭਾਵੇਂ ਉਹ ਅਕਾਲ ਚਲਾਣਾ ਕਰ ਚੁੱਕੇ ਨੇ। ਉਹ ਤਾਂ ਇਲੈਕਸ਼ਨ ਨਹੀਂ ਕਰਾ ਸਕਦੇ, ਗੁਰੂ ਘਰ ਦੇ ਇਲੈਕਸ਼ਨ ਨਹੀਂ ਕਰਵਾ ਰਹੇ, 7 ਸਾਲ ਉਹਨਾਂ ਇਲੈਕਸ਼ਨ ਨਹੀਂ ਕਰਵਾਏ। ਉੱਥੇ ਫਿਰ ਭਗੌੜੇ ਮੈਂ ਤਾਂ ਕਹਿ ਰਿਹਾ ਕਿ ਇਹਨਾਂ ਤੋਂ ਬਗੈਰ ਉਸ ਵਕਤ ਉੱਥੇ ਮਾਤਾ ਸੁੰਦਰੀ ਸਕੂਲ ਜਿਹੜਾ ਗੁਰਦੁਆਰਾ ਸਾਹਿਬ ਹੈਗਾ, ਉੱਥੇ ਪਹਿਲਾਂ ਦਫ਼ਤਰ ਹੁੰਦਾ ਸੀ ਦਿੱਲੀ ਕਮੇਟੀ ਦਾ, ਉੱਥੇ ਉਹਨਾਂ ਨੇ ਫਿਰ ਇਜਲਾਸ ਬੁਲਾਇਆ, ਫਿਰ ਇਹਨਾਂ ਨੂੰ ਬਾਹਰ ਕੱਢਿਆ। ਮਤਲਬ ਉਹਦੇ ਭਗੌੜੇ ਹੈਗੇ ਨੇ। ਤੁਸੀਂ ਕਹਿੰਦੇ 7 ਸਾਲ ਸਾਡੀਆਂ ਸੇਵਾਵਾਂ ਰਹੀਆਂ, ਤੁਹਾਡੀਆਂ ਕੌਮ ਨੂੰ ਸੇਵਾਵਾਂ ਰਹੀਆਂ, ਤੁਸੀਂ ਕੀ ਸੇਵਾ ਕੀਤੀਆਂ ਮੈਨੂੰ ਦੱਸੋ। ਤੁਸੀਂ 8 ਸਾਲ ਇੱਥੇ ਹੋ ਗਏ, ਤੁਹਾਨੂੰ ਤੁਸੀਂ ਇੱਥੇ ਕੀ ਸੁਧਾਰਤਾ? ਕਾਲਕਾ ਜਿਹੜੀ ਕੀ ਸੁਧਾਰਤਾ? ਉਹ ਤੁਸੀਂ ਭਿਖਾਰੀ ਬਣਾ ਕੇ ਰੱਖਤਾ ਸਿੱਖਾਂ ਨੂੰ।
ਜਿਹੜੇ ਬਾਹਰ ਪੇਰੈਂਟਸ ਆ ਕੇ ਬੈਠੇ ਰਹਿੰਦੇ ਨੇ। ਤੁਸੀਂ ਪ੍ਰਧਾਨ ਹੋ ਸ਼੍ਰੋਮਣੀ ਅਕਾਲੀ ਦਲ ਦੇ, ਨਾਲ ਤੁਸੀਂ ਪ੍ਰਧਾਨ ਹੋ, ਆਪਣਾ ਸੈਕਟਰੀ ਹੈਗਾ, ਜਨਰਲ ਸੈਕਟਰੀ ਹੈ ਗੁਰਦੁਆਰਾ ਦਿੱਲੀ ਕਮੇਟੀ ਦੇ। ਬਈ ਤੁਹਾਡੀ ਕੀ ਸੋਚ ਆ ਗਈ ਆ? ਤੁਹਾਡੇ ਕਮਰੇ ਦੇ ਵਿੱਚ ਉੱਥੇ ਆਪਣਾ ਬੇਅਦਬੀ ਹੁੰਦੀ, ਜਿੱਥੇ ਆਪਾਂ ਕਹਿੰਦੇ ਦੇਖ ਪਰਾਈਆਂ ਚੰਗੀਆਂ ਧੀਆਂ ਭੈਣਾਂ ਕਰਕੇ ਜਾਣੀ, ਤੁਹਾਡੇ ਕਮਰੇ 'ਚ ਕੀ ਦੁਸ਼ਰਮ ਹੋਇਆ ਸੀਗਾ? ਤੁਸੀਂ ਗੱਲ ਕਰਦੇ ਸਿਧਾਂਤਾਂ ਦੀ, ਤੂੰ ਵੀ ਸਿਧਾਂਤਾਂ ਦੀ, ਇਹ ਵੀ ਸਿਧਾਂਤਾਂ ਦੀ ਗੱਲ ਕਰਦਾ, ਮੇਰੀ ਪੀੜ੍ਹੀ ਦੀ ਵੀ ਗੱਲ ਕਰਦਾ। ਮੈਂ ਕਹਿੰਦਾ ਤੁਸੀਂ ਖੜੇ ਕਿੱਥੇ ਆ ਕੇ ਸਾਨੂੰ ਦੱਸੋ ਨਾ। ਤੁਸੀਂ ਬਾਹਰ ਇੱਥੇ ਆ ਕੇ ਬੱਚੇ ਰੋਂਦੇ ਰਹਿੰਦੇ ਨੇ, ਪੇਰੈਂਟਸ ਜਿਹੜੇ ਤੁਸੀਂ ਉਹਨਾਂ ਨੂੰ ਸ਼ਰਮਿੰਦਾ ਕਰਦੇ ਹੋ। ਤੁਹਾਡੇ ਜਿਹੜੇ ਆਪਣੇ ਬੰਦੇ ਤੁਸੀਂ ਉਹਨਾਂ ਦੀ ਫੀਸਾਂ ਮਾਫ ਕਰਦੇ ਹੋ, ਉਹ ਦੂਜੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਤੁਸੀਂ ਕਹਿੰਦੇ ਕੋਈ ਨਹੀਂ ਕਰ ਦਾਂਗੇ। ਹੁਣ ਤੁਸੀਂ ਕਹਿੰਦੇ ਸੀ ਆ ਵੀ ਬੁਲਾ ਕੇ ਕਹਿੰਦੇ ਫੀਸ ਮਾਫ ਕਰ ਦਿੰਦੇ, ਵੋਟਾਂ ਲੈਣੀਆਂ ਹੁਣ ਤੁਸੀਂ। ਮਤਲਬ ਕਿੱਥੇ ਖੜੇ ਹੋ ਤੁਸੀਂ? ਦੱਸੋ ਨਾ। ਸਕੂਲਾਂ ਦਾ ਤੂੰ ਬੇੜਾ ਕਰ ਕੀਤਾ, ਤੂੰ ਐਜੂਕੇਸ਼ਨ ਦਾ ਚੇਅਰਮੈਨ ਸੀਗਾ, ਰੋਲ ਕੇ ਰੱਖਤੇ ਸਾਰੇ ਸਕੂਲ ਤੁਹਾਡੇ ਟਾਈਮ 'ਚ ਹੋਏ ਨੇ, ਤੁਹਾਡੇ ਟਾਈਮ 'ਚ। ਮਤਲਬ ਕੀ ਤੁਹਾਡੀ ਸੋਚ ਹੈਗੀ ਹੈ? ਤੁਹਾਡੀ ਸੋਚਣੀ ਕੀ ਹੈਗੀ ਸਾਨੂੰ ਪਤਾ ਲੱਗੇ ਨਾ। ਜੀਕੇ ਦਾ ਕਹਿਣਾ ਹੈ ਕਿ 6 ਪੈਕ ਮਿਸ਼ਨ ਜਿਹੜਾ ਉਹ ਲਾਗੂ ਕੀਤਾ, 130 ਕਰੋੜ ਜਿਹੜੀ ਦੇਣਦਾਰੀ ਸੀ ਟੀਚਰਾਂ ਦੀ ਜਾਂ ਸਟਾਫ ਦੀ, ਉਹਨੂੰ ਤੁਸੀਂ, ਉਹ ਕਹਿੰਦਾ ਮੈਂ ਦਿੱਤੀ ਹੈ, ਵੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ ਆਪਣਾ ਜਿਹੜਾ 6 ਪੇ ਕਮਿਸ਼ਨ ਸੀਗਾ, ਉਦੋਂ ਸਰਨਾ ਸਾਹਿਬ ਜਦੋਂ ਮਤਲਬ ਕਿ ਇਲੈਕਸ਼ਨ ਕਲੀਅਰ ਹੋ ਗਏ ਤਾਂ ਸਾਨੂੰ ਕਹਿੰਦੇ ਤੁਸੀਂ ਦੇ ਦਿਓ। ਹਾਲਾਂਕਿ ਪੈਸਾ ਸੀਗਾ ਉਸ ਟਾਈਮ ਵੀ ਦਿੱਲੀ ਕਮੇਟੀ ਸਰਨਾ ਸਾਹਿਬ ਨੇ ਮੇਰਾ ਖਿਆਲ 122-23 ਕਰੋੜ ਰੁਪਏ ਇਸ ਤਰ੍ਹਾਂ ਛੱਡ ਕੇ ਗਏ ਸੀ ਉਹ ਵੀ। ਤੇ ਉਸ ਵਕਤ ਉਹ ਉਹਨਾਂ ਨੂੰ ਦੇ ਦੇਣਾ ਚਾਹੀਦਾ ਸੀ ਪਹਿਲਾਂ ਇਲੈਕਸ਼ਨਾਂ ਤੋਂ, ਪਰ ਉਹਨਾਂ ਦਾ ਬਾਅਦ 'ਚ ਫੋਨ ਆਇਆ ਕਿ ਤੁਸੀਂ ਆਪਣਾ 6 ਪੇ ਕਮਿਸ਼ਨ ਦੇ ਦਿਓ। ਮੇਰੇ ਖਿਆਲ ਇੱਕ ਅੱਧੇ ਸਕੂਲ ਨੇ ਦੇ ਵੀ ਦਿੱਤਾ ਸੀਗਾ। ਤੇ ਇਹ ਇਹਨਾਂ ਨੇ ਕਿੱਥੋਂ ਦੇਣਾ ਸੀਗਾ? ਜਿਹੜਾ ਪੈਸਾ ਪਿਆ ਉਹ ਕਿੱਥੇ ਗਿਆ? 123 ਕਰੋੜ ਰੁਪਇਆ ਸੀਗਾ। ਮਤਲਬ ਉਹ ਪੈਸਾ ਕਿੱਥੇ ਗਿਆ? ਹਿਸਾਬ ਤੇ ਕਰੋ ਤੁਸੀਂ। ਆਡਿਟ ਕਰਾਇਆ ਤੁਸੀਂ? ਮਤਲਬ ਜੇ ਆਡਿਟ ਕਰਾਉਂਦੇ ਸਾਰਾ ਕੁਝ ਸਾਹਮਣੇ ਆ ਜਾਂਦਾ। ਅੱਜ ਕੋਛੜ ਸਾਹਿਬ ਕਿਉਂ ਰੋ ਰਹੇ ਨੇ? ਕਿਉਂ ਐਕਟ ਨੂੰ ਕਹਿੰਦੇ ਐਕਟ ਦੇ ਆਧਾਰ ਤੇ ਚੱਲੋ? ਕਿਉਂ ਸਿਸਟਮ ਐਡਮਿਨਿਸਟ੍ਰੇਸ਼ਨ ਨੂੰ ਠੀਕ ਕਰਨਾ ਚਾਹੁੰਦੇ ਨੇ ਤਾਂ ਕਿ ਚੋਰੀਆਂ ਬੰਦ ਹੋ ਜਾਣ ਸਾਰੀਆਂ? ਉਹਨਾਂ ਦਾ ਮਕਸਦ ਕਹਿਣ ਦਾ ਇਹੀ ਹੈ। ਤੁਸੀਂ ਜੋ ਐਡਮਿਨਿਸਟ੍ਰੇਸ਼ਨ ਨੂੰ ਦੇਖ ਰਹੇ ਕੋਛੜ ਸਾਹਿਬ ਨੇ ਜੋ ਕੀਤਾ, ਉਹ ਮੈਂ ਉਹਨਾਂ ਦੇ ਨਾਲ ਰਿਹਾ ਉਸ ਟਾਈਮ। ਮੈਂ ਅੱਜ ਤਾਂ ਹੀ ਉਹਨਾਂ ਦੇ ਨਾਲ ਖੜਾ ਹੋਇਆ ਕਿ ਉਹਨਾਂ ਦਾ ਭਾਵੇਂ ਅਸੀਂ ਇਲੈਕਸ਼ਨ 'ਚ ਚਲੋ ਬਾਹਰ ਨਹੀਂ ਨਿਕਲੇ ਜਾਂ ਉਹਨਾਂ ਦੀ ਕੋਈ ਗੱਲ ਸੀਗੀ, ਪਰ ਜੋ ਐਡਮਿਨਿਸਟ੍ਰੇਸ਼ਨ ਦੀ ਗੱਲ ਉਹ ਕਰਦੇ ਨੇ, ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਬਾਹਰ ਨਿਕਲੀਏ ਆਪਾਂ ਆਪਣਾ ਗੱਲ ਕਰਾਂਗੇ ਤਾਂ ਹੀ ਗੱਲ ਬਣਨੀ। ਪਰ ਉਹ ਲੇਟ ਆ, ਚਲੋ ਦੇਰ ਆਏ, ਹੁਣ ਦਰੁਸਤ ਆਏ, ਅੱਛੀ ਗੱਲ ਹੈ। ਪਰ ਇਹ ਜਿਹੜਾ ਪੈਸਾ ਸੀਗਾ ਇਹ ਉਸ ਵਕਤ 6 ਪੀ ਕਮਿਸ਼ਨ ਦਾ ਜਿਹੜਾ ਪੈਸਾ ਕਹਿੰਦੇ ਕਿ ਅਸੀਂ ਦਿੱਤਾ, ਇਹ ਉਸ ਟਾਈਮ ਸਾਰਾ ਸਿਸਟਮ ਠੀਕ ਕਰ ਸਕਦਾ ਸੀ ਜੇ ਪੈਸਾ ਛੱਡ ਕੇ। ਇਹਨਾਂ ਨੂੰ ਤਾਂ ਚਾਅ ਚੜ ਗਿਆ ਵੀ ਇੰਨਾ ਪੈਸਾ ਪਿਆ ਵੀ ਹੁਣ ਇਹਨੂੰ ਵਰਤਣਾ ਕਿੱਦਾਂ? ਆਹ ਬਿਲਡਿੰਗ ਸ਼ੁਰੂ ਕਰ, ਉਹ ਬਿਲਡਿੰਗ ਸ਼ੁਰੂ ਕਰ, ਕਿੱਧਰੋਂ ਪੈਸਾ ਆਉਣਾ, ਟਹਿਲਾਂ ਲਗਾ, ਇਹ ਕਰ। ਮਤਲਬ ਇੱਦਾਂ ਦੇ ਇਹਨਾਂ ਨੇ ਕੰਮ ਸ਼ੁਰੂ ਕਰ ਲਏ। ਉਹ ਪੈਸੇ ਨੂੰ ਇਹਨਾਂ ਨੇ ਰੇੜ ਕੇ ਰੱਖ ਦਿੱਤਾ। ਪੈਸਾ ਕਿੱਦਾਂ ਖਾਣਾ ਸੀ, ਕਿੱਦਾਂ ਕਰਨਾ ਸੀਗਾ। ਜੇ ਤੁਸੀਂ ਕਿਤੇ ਆਡਿਟ ਕਰਾਓਗੇ ਤੁਹਾਨੂੰ ਪਤਾ ਲੱਗੂਗਾ। ਇਹ ਜਿਹੜੇ ਬੈਠ ਕੇ ਐਗਜ਼ੈਕਟਿਵ ਦੇ ਵਿੱਚ ਬੈਠ ਜਾਂਦੇ ਨਾ ਜਦੋਂ, ਤੇ ਉਹ ਪਾਸ ਕਰ ਦਿੰਦੇ ਨੇ। ਮੈਂ ਕਹਿੰਦਾ ਜਿਹੜੇ ਮੈਂਬਰ ਨੇ ਉਹਨਾਂ ਨੂੰ ਵੀ ਗੱਲ ਪੁੱਛਣੀ ਚਾਹੀਦੀ ਵੀ ਤੁਸੀਂ ਇਹ ਪਾਸ ਹੋਇਆ ਸਾਨੂੰ ਦੱਸੋ ਸਹੀ ਕਿਸ ਤਰੀਕੇ ਨਾਲ ਤੁਸੀਂ ਪਾਸ ਕੀਤਾ। ਮੈਂਬਰ ਬੋਲਦੇ ਹੀ ਨਹੀਂ ਹੈਗੇ। ਉਹ ਜੇ ਹਾਂ ਦਾ ਨਾਰਾ ਮਾਰੋਗੇ ਤੇ ਤੁਹਾਡਾ ਵੀ ਕਿਤੇ ਨਾਂ ਲਿਖਿਆ ਜਾਏਗਾ ਕਿ ਤੁਸੀਂ ਗੱਲ ਕੀਤੀ ਹੈ। ਮਲੇਰਕੋਟਲੇ ਦਾ ਨਾਂ ਚੱਲਦਾ ਅੱਜ। ਕਿਹੜੇ ਮੈਂਬਰ ਨੇ ਹਾਂ ਦਾ ਨਾਮ ਮਾਰਾ? ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿਹੜੇ ਨੇ ਜੇ ਆਪਣਾ ਇੱਥੇ ਆਪਣਾ ਸਕੂਲਾਂ ਦੀ ਬੇੜਾ ਗਰਕ ਹੋਇਆ, ਕਿਹੜੇ ਮੈਂਬਰ ਨੇ ਉੱਠ ਕੇ ਹਾਂ ਦਾ ਨਾਰਾ ਮਾਰਿਆ ਇਹਨਾਂ ਦੇ ਨਾਲ? ਇੰਦਰਜੀਤ ਮੌਂਟੀ ਨੇ ਹਾਂ ਦਾ ਨਾਰਾ ਮਾਰਿਆ ਸੀ 2017 ਤੋਂ ਬਾਅਦ, ਉਹਨਾਂ ਨੇ ਬਾਦਲ ਦੁਆਰਾ ਛੱਡ ਦਿੱਤਾ ਸੀਗਾ, ਲੇਕਿਨ ਹੁਣ ਫਿਰ ਦੁਬਾਰਾ ਜੁਆਇਨ ਕਰ ਲਿਆ ਉਸਨੂੰ। ਦੇਖੋ ਪਹਿਲਾਂ ਤਾਂ ਮੈਂ ਇੰਦਰ ਸਿੰਘ ਮੌਂਟੀ ਦਾ ਧੰਨਵਾਦ ਕਰਦਾ ਕਿ ਉਹਨੇ ਪੰਥਕ ਦਲ ਵਾਸਤੇ ਆਪਣੀ ਵੋਟ ਦਿੱਤੀ ਸੀਗੀ ਤੇ ਰਜਿਸਟਰਡ ਬਾਡੀ ਹੋਈ ਸੀ, ਤੇ ਨਾਲ ਗੁਰਲਾਟ ਸਿੰਘ ਦਾ ਧੰਨਵਾਦ ਕਰਦਾ। ਪਰ ਇੰਦਰਜੀਤ ਸਿੰਘ ਮੌਂਟੀ ਨੂੰ ਪਿਛਲੀ ਗੱਲ ਮੈਂ ਉਹਦਾ ਧੰਨਵਾਦ ਵੀ ਕਰਦਾ, ਨਾਲੇ ਉਹ ਮੇਰਾ ਖਿਆਲ ਉਹਨੇ ਹੁਣ ਫਿਰ ਜੇ ਹਾਂ ਦਾ ਨਾਰਾ ਮਾਰਿਆ ਸੀਗਾ ਉਸ ਵਕਤ, ਅੱਜ ਮੈਨੂੰ ਲੱਗਦਾ ਉਹਨੂੰ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਬੇਅਦਬੀ ਹੋਈ ਸੀ ਨਾ, ਉਹ ਆਪਣੇ ਵੱਲੋਂ ਸੋਚ ਲੈਣਾ ਚਾਹੀਦਾ ਕਿ ਮੈਂ ਕਿੱਥੇ ਖੜਨਾ ਸੀ, ਕੀ ਕਰਨਾ ਸੀਗਾ। ਮਤਲਬ ਇਹ ਸੋਚੇ ਉਹ ਇੰਦਰਜੀਤ ਸਿੰਘ ਮੌਂਟੀ ਕਿ ਉਹ ਤੁਸੀਂ ਬੇਅਦਬੀ ਤੁਸੀਂ ਮਤਲਬ ਕਿ ਮੰਨ ਲਿਆ ਕਿ ਬੇਅਦਬੀਆਂ ਨਹੀਂ ਹੋਈਆਂ। ਉਹ ਬਰਗਾੜੀ ਦੇ ਵਿੱਚ ਜਿਹੜਾ ਕਾਂਡ ਹੋਇਆ ਸੀਗਾ, ਸਿੰਘਾਂ ਦਾ ਗੋਲੀਆਂ ਚੱਲੀਆਂ ਸੀ, ਉਹ ਨਹੀਂ ਹੋਈਆਂ ਸੀਗੀਆਂ। ਉਹ ਸੱਚੇ ਸੌਦੇ ਨੂੰ ਜਿਹੜੇ ਮਾਫੀ ਦਿੱਤੀ ਆ ਉਹ ਨਹੀਂ ਹੋਈ ਸੀਗੀ। ਇਹਦਾ ਮਤਲਬ ਮੌਂਟੀ ਨੇ ਮੰਨ ਲਿਆ ਨਾ। ਮਤਲਬ ਵੱਡੇ ਗੁਰਸਿੱਖ ਹੈ, ਤੁਸੀਂ ਬੁਲਾ ਰਹੇ ਹੋ, ਅੱਜ ਤੁਹਾਨੂੰ ਜਾ ਕੇ ਤੁਸੀਂ ਪੰਥਕ ਦਲ ਆਪਣਾ ਕੀ ਕਹਿੰਦੇ ਨੇ ਬਾਦਲ ਜੁਆਇਨ ਕਰ ਲਿਆ, ਤੁਸੀਂ ਸਾਰਾ ਕੁਝ ਐਕਸੈਪਟ ਕਰ ਲਿਆ। ਮਤਲਬ ਸਾਡਾ ਕਿਰਦਾਰ ਕੀ ਹੈ ਇਹ ਸਾਨੂੰ ਝਾਤੀ ਮਾਰਨੀ। ਭਿੰਡਰਾਂ ਵਾਲਾ ਕਹਿੰਦਾ ਜੇ ਤਾਂ ਜ਼ਮੀਰ ਮਰ ਗਿਆ ਨਾ ਬੰਦਾ ਮਰ ਗਿਆ। ਮੈਂ ਤਾਂ ਇਹ ਗੱਲ ਜਾਣਦਾ, ਅਸੀਂ ਆਪਣਾ ਜ਼ਮੀਰ ਦੇਖਣਾ ਆਪਾਂ ਕਿੱਥੇ ਖੜੇ ਹਾਂ। ਪਰ ਇਹ ਆ ਕਿ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕਿ ਵੋਟ ਸੋਚ ਕੇ ਪਾਇਓ। ਭਾਵੇਂ ਤੁਹਾਨੂੰ ਪੈਸਾ ਦਿੰਦੇ ਆ, ਜੋ ਮਰਜ਼ੀ ਕਰਦੇ ਆ, ਤੁਸੀਂ ਆਪਣਾ ਕਿਰਦਾਰ ਨਾ ਗਵਾਇਓ। ਮੈਨੂੰ ਪਤਾ ਹੈ ਕਿ ਅੱਜ ਪੈਸਾ ਚੱਲਣਾ ਆ, ਇਹਨਾਂ ਨੇ ਸਭ ਕੁਝ ਕਰਨਾ ਆ, ਸਭ ਕੁਝ ਦੇਣਾ ਆ, ਪਰ ਸ਼ਰਾਬਾਂ ਵੀ ਪਿਲਾਣੀਆਂ ਨੇ। ਹੁਣ ਇਹ ਮਹਾਰਾਜ ਜਾਣਦਾ ਹੈ ਕਿ ਜਿਹੜਾ ਬੰਦਾ ਗਲਤ ਕੰਮ ਦੇ ਪਿੱਛੇ ਜਾਊਗਾ ਤੇ ਉਹਦੀ ਫਿਰ ਹਾਮੀ ਭਰਨ ਵਾਲਾ ਰੱਬ ਨਹੀਂ ਹੋ ਸਕਦਾ। ਵੀਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਟਾਈਮ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਕੋਲ ਆਏ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਇੰਨੇ ਜੋਗਾ ਸਮਝਿਆ ਕਿ ਅਸੀਂ ਇੱਥੇ ਬੈਠੇ ਹਾਂ ਤੇ ਆ ਕੇ ਸਾਡੇ ਕੋਲ ਤੁਸੀਂ ਕੁਝ ਜਾਣਨਾ ਚਾਹਿਆ। ਤੇ ਪਰ ਇਹ ਆ ਕਿ ਮੈਂ ਚਾਹਾਂਗਾ ਕਿ ਤੁਸੀਂ ਵੱਧ ਤੋਂ ਵੱਧ ਜਿਹੜੇ ਸਿਧਾਂਤਾਂ ਦੀਆਂ ਗੱਲਾਂ ਕਰਦੇ ਹੋ ਲੋਕਾਂ ਤੱਕ ਪਹੁੰਚਾਓ, ਤੇ ਤਾਂ ਕਿ ਲੋਕਾਂ ਨੂੰ ਸਮਝ ਆਵੇ ਕਿ ਸਿਧਾਂਤ ਇੱਦਾਂ ਨਹੀਂ ਬਣਦੇ। ਸਿਧਾਂਤ ਵਿੱਚ ਵੜ ਕੇ ਜਾ ਕੇ ਜੇ ਸੱਚੇ ਸਿੱਖ ਉੱਥੇ ਜਾਣਗੇ, ਸੂਝੀਵਾਨ ਜਾਣਗੇ, ਤਾਂ ਸਿਧਾਂਤ ਬਣਦੇ ਨੇ। ਇਹ ਸਿਰਫ ਲਿਲੜੀਆਂ ਕੱਢ ਰਹੇ ਆ ਆਪਣਾ ਇਲੈਕਸ਼ਨ ਜਿੱਤਣ ਵਾਸਤੇ, ਹੋਰ ਕੁਝ ਨਹੀਂ ਹੈਗਾ ਇਹਨਾਂ ਦੇ ਪੱਲੇ। ਆਪ ਸਾਰਾ ਇਹਨਾਂ ਦੀ ਪਿਛਲੀ ਸਾਰੀ ਬੈਕਗ੍ਰਾਉਂਡ ਚੈੱਕ ਕਰ ਲਓ ਭਾਵੇਂ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ।
ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।